ਸੰਧੂ ਸਾਹਿਬ, ਸਮੁੱਚੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੰਜਰ ਸਾਹਿਬ, ਅੱਜ ਦਾ ਦਿਨ ਬੜਾ ਅਜੀਬ ਆ। ਅੱਜ ਖਬਰ ਇੱਕ ਲੱਗੀ ਹੋਈ ਆ ਜਲੰਧਰ ਦੇ ਵਿੱਚ ਕਿ ਭੂਤ ਆ ਉਤਰੇ ਜਲੰਧਰ ਦੀ ਧਰਤੀ ਉੱਤੇ। ਕਹਿੰਦੇ ਜਿਹੜੇ ਮਨੁੱਖ ਵਸਦੇ ਆ ਉਹਦੇ ਪਤਾ ਨਹੀਂ ਕਦੋਂ ਦੇ ਜਿਹੜੇ ਭੂਤ ਹੋ ਕੇ ਉਡਾਰੀ ਮਾਰ ਗਏ ਆ, ਉਹ ਤੇ ਜਿਹੜੇ ਆ ਹੁਣ ਤਾਂ ਸੰਘਰਸ਼ ਕਰਨ ਤੋਂ ਵੀ ਟਾਲਾ ਵੱਟਣ ਲੱਗ ਗਏ ਨੇ। ਲੋਕਾਂ ਨੂੰ ਹੁਣ ਇਹ ਵੀ ਨਹੀਂ ਸਮਝ ਆਉਂਦੀ ਕਿ ਸਾਡੇ ਜਿਹੜੇ ਆ ਹੱਕ ਬਣਦੇ ਆ, ਸਾਡੀਆਂ ਜਿਹੜੀਆਂ ਸੜਕਾਂ ਟੁੱਟੀਆਂ, ਸਾਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਇਹਦੇ ਉੱਤੇ ਅਸੀਂ ਜਿਹੜਾ ਉਹ ਸਮਾਂ ਕੱਢ ਕੇ ਜਿਹੜਾ ਰੋਸ ਪ੍ਰਦਰਸ਼ਨ ਵੀ ਕਰਨਾ, ਕਿਸੇ ਨੂੰ ਮਿਲਣਾ ਵੀ ਹੈ। ਪਰ ਕਹਿੰਦੇ ਭੂਤ ਆ ਗਏ ਨੇ। ਭੂਤ ਆ ਕੇ ਵਰਕਸ਼ਾਪ ਚੌਕ ਦੇ ਵਿੱਚ ਤੇ ਉੱਥੇ ਟੁੱਟੀ ਹੋਈ ਸੜਕ ਜਿਹੜੀ ਹੈ ਉਹਦੇ ਉੱਤੇ ਉਹਨਾਂ ਨੇ ਜਿਹੜਾ ਉਹ ਬੜਾ ਵਿਅੰਗ ਕੀਤਾ ਤੇ ਉੱਥੇ ਮੀਡੀਆ ਵੀ ਇਕੱਠਾ ਹੋ ਗਿਆ। ਬਾਅਦ ਚ ਪਤਾ ਲੱਗਾ ਵੀ ਇਹ ਸੱਚੀ ਦੇ ਭੂਤ ਨਹੀਂ, ਇਹ ਤਾਂ ਕਲਾਕਾਰ ਨੇ, ਸਟੇਜਾਂ ਦੇ ਕਲਾਕਾਰ ਨੇ, ਜਿਨ੍ਹਾਂ ਨੇ ਮੁਖੌਟੇ ਪਾਏ ਹੋਏ ਨੇ ਭੂਤਾਂ ਦੇ, ਤੇ ਭੂਤਾਂ ਦੇ ਰੂਪ ਵਿੱਚ ਉਹਨਾਂ ਨੇ ਲੋਕਾਂ ਦਾ ਧਿਆਨ ਖਿੱਚਣ ਵਾਸਤੇ, ਮੀਡੀਆ ਦਾ ਧਿਆਨ ਖਿੱਚਣ ਵਾਸਤੇ ਕਿ ਇਹ ਜਿਹੜੀਆਂ ਟੁੱਟੀਆਂ ਸੜਕਾਂ ਨੇ, ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦਿੰਦਾ। ਸੋ ਕਹਿੰਦੇ ਵੀ ਜਦੋਂ ਦਾ ਇਹ ਪ੍ਰੋਗਰਾਮ ਮਿੱਥਿਆ, ਕੱਲ ਕਿਤੇ ਪਤਾ ਲੱਗ ਗਿਆ ਕਿ ਕੱਲ ਨੂੰ ਜੀ ਪ੍ਰੋਗਰਾਮ ਹੋਣ ਲੱਗਾ, ਤੇ ਕਹਿੰਦੇ ਉਸ ਵਕਤ ਜਿੱਧਰ ਉਧਰ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਧਰ ਨਾਲ ਦੀ ਨਾਲ ਜਿਹੜੇ ਨਗਰ ਨਿਗਮ ਵਾਲੇ ਫਿਰ ਕਹਿੰਦੇ ਆਪਣੀਆਂ ਮਸ਼ੀਨਾਂ ਲੈ ਕੇ ਠੇਕੇਦਾਰ ਜਿਹੜੇ ਮੌਕੇ ਤੇ ਪਹੁੰਚ ਗਏ ਸੀਗੇ, ਤੇ ਅੱਧੇ ਕੁ ਮੀਡੀਆ ਵਾਲੇ ਫਿਰ ਉਹਨਾਂ ਨੂੰ ਪੁੱਛਣ ਲੱਗ ਗਏ ਸੀ ਵੀ ਭਾਈ ਤੁਹਾਨੂੰ ਇੰਨੀ ਦੇਰ ਬਾਅਦ ਯਾਦ ਕਿੱਦਾਂ ਆਇਆ, ਕਿਵੇਂ ਦੇਖਦੇ ਹੋ ਇਹਨਾਂ ਭੂਤਾਂ ਨੂੰ? ਸੰਧੂ ਸਾਹਿਬ, ਪਹਿਲਾਂ ਤਾਂ ਮੈਂ ਜਿਹੜੇ ਸਾਡੇ ਕਲਾਕਾਰ ਵੀਰ ਭੂਤ ਦੇ ਰੂਪ ਦੇ ਵਿੱਚ ਇਹ ਕਾਰੇ ਨੂੰ ਅੰਜਾਮ ਦਿੱਤਾ, ਜਿਨ੍ਹਾਂ ਨੇ ਸਾਰਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਕਿਉਂਕਿ ਇਨਸਾਨਾਂ ਤੋਂ ਤੇ ਹੁਣ ਮੁਰਾਦ ਖਤਮ ਹੋ ਗਈ, ਹੁਣ ਭੂਤ ਹੀ ਸਾਡਾ ਕੋਈ ਭਲਾ ਕਰ ਦੇਣ ਤੇ ਉਹ ਵੀ ਇੱਕ ਬੜੀ ਵੱਡੀ ਗੱਲ ਹੈ। ਔਰ ਉਹ ਕਲਾਕਾਰਾਂ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਵਾ ਵੀ ਜੀਂਦੇ ਜਾਗਦੇ ਆਦਮੀਆਂ ਦੀਆਂ ਸਰਕਾਰਾਂ ਨੂੰ ਪਰਵਾਹ ਕੋਈ ਨਹੀਂ, ਅਸੀਂ ਭੂਤ ਦੇ ਰੂਪ ਜਾਣ ਕੇ ਉਹਨਾਂ ਨੂੰ ਡਰਾਈਏ ਤੇ ਸ਼ਾਇਦ ਕੋਈ ਸੁਣਵਾਈ ਹੋ ਜਾਵੇ। ਤੇ ਮੇਰਾ ਮੰਨਣਾ ਇਹ ਆ ਕਿ ਇਹ ਇੱਕ ਵਧੀਆ ਉਪਰਾਲਾ ਕੀਤਾ, ਜਿਸ ਦੇ ਵਿੱਚ ਕਾਰਪੋਰੇਸ਼ਨ ਦੇ ਕੰਨਾਂ ਤੇ ਵੀ ਜੂੰ ਸਰਕੀ ਤੇ ਉਹਨਾਂ ਨੇ ਫਟਾਫਟ ਉਸ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਬਟ ਮੇਰੇ ਹਿਸਾਬ ਦੇ ਨਾਲ ਜਿਹੜੀ ਬਣਦੀ ਸਰਕਾਰ ਦੀ ਜ਼ਿੰਮੇਵਾਰੀ ਆ, ਕਾਰਪੋਰੇਸ਼ਨ ਦੀ ਜਾਂ ਪੰਜਾਬ ਸਰਕਾਰ ਦੀ, ਉਹਨਾਂ ਨੂੰ ਮੌਕਾ ਰਹਿੰਦਿਆਂ ਕਿ ਭੂਤਾਂ ਨੇ ਜ਼ਮੀਨ ਤੇ ਉਤਰਨ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਹਨ। ਇਹ ਪੰਜਾਬ ਸਰਕਾਰ ਵਾਸਤੇ ਇੱਕ ਬੜੀ ਨਮੋਸ਼ੀ ਦੀ ਤੇ ਸ਼ਰਮਨਾਕ ਘਟਨਾ ਹੈ ਕਿ ਭੂਤਾਂ ਨੂੰ ਆਪਣਾ ਕੰਮ ਕਰਾਉਣ ਵਾਸਤੇ, ਸਾਡਾ ਤੁਹਾਡੇ ਆਮ ਲੋਕਾਂ ਦਾ ਕੰਮ ਕਰਾਉਣ ਵਾਸਤੇ ਭੂਤਾਂ ਦਾ ਰੂਪ ਬਣਾ ਕੇ ਲੋਕਾਂ ਨੂੰ ਸਾਹਮਣੇ ਆਉਣਾ ਪਿਆ। ਔਰ ਪੰਜਾਬ ਸਰਕਾਰ ਨੂੰ ਇਹਦੇ ਤੋਂ ਸ਼ਰਮ ਕਰ ਲੈਣੀ ਚਾਹੀਦੀ ਆ। ਔਰ ਜਿਹੜੇ ਬਾਕੀ ਜਿਹੜੀਆਂ ਮੁੱਖ ਸਹੂਲਤਾਂ ਪੰਜਾਬ ਵਾਸੀ ਜਿਨ੍ਹਾਂ ਦੇ ਹੱਕਦਾਰ ਨੇ, ਉਹਨਾਂ ਤੋਂ ਵਾਂਝੇ ਨਹੀਂ ਰੱਖਣਾ ਚਾਹੀਦਾ। ਜਿਹੜੀਆਂ ਵੀ ਸੜਕਾਂ ਟੁੱਟੀਆਂ ਨੇ ਜਾਂ ਮੌਤ ਦਾ ਕਾਰਨ ਬਣਦੀਆਂ ਨੇ ਜਾਂ ਕੋਈ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ, ਉਹ ਪ੍ਰਾਇੋਰਟੀ ਬੇਸਿਸ ਤੇ ਪੰਜਾਬ ਸਰਕਾਰ ਨੂੰ ਠੀਕ ਕਰਨੀਆਂ ਚਾਹੀਦੀਆਂ ਹਨ। ਔਰ ਮੈਂ ਭੂਤ ਸਮੁਦਾਇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਸੁੱਤੀ ਸਰਕਾਰ ਨੂੰ ਜਾਗਣ ਦਾ, ਜਗਾਉਣ ਦਾ ਜਿਹੜਾ ਕੰਮ ਕੀਤਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜੀ। ਗੱਲ ਹੈ ਗੰਵਰ ਮੰਜ਼ਲ ਜੀ, ਜਿਨ੍ਹਾਂ ਨੂੰ ਭੂਤ ਕਹਿੰਦੇ ਉਹ ਸਹੀ ਅਰਥਾਂ 'ਚ ਹੁੰਦੇ ਆ ਕਿ ਨਹੀਂ ਹੁੰਦੇ ਇਹ ਤਾਂ ਆਖਿਆ ਨਹੀਂ ਜਾ ਸਕਦਾ। ਪਰ ਭੂਤ ਜਦੋਂ ਸ਼ਬਦ ਵਰਤਿਆ ਜਾਂਦਾ, ਮੈਨੂੰ ਤੇ ਇੱਕ ਗੱਲ ਹੋਰ ਸਮਝ ਆਉਂਦੀ ਹੈ ਕਿ ਭੂਤ ਕਾਲ ਜਿਹੜਾ ਬੀਤਿਆ ਹੋਇਆ ਸਮਾਂ, ਮੇਰਾ ਖਿਆਲ ਆ ਉਹਨੂੰ ਆਪਾਂ ਭੂਤ ਕਹਿੰਦੇ। ਭੂਤ ਕਾਲ ਕੇ ਬੀਤੇ ਹੋਏ ਸਮੇਂ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਜਿਹੜੀਆਂ ਵਲਵਲੇ, ਜਿਹੜੀਆਂ ਚੀਜ਼ਾਂ ਜਿਹੜੀਆਂ ਰਹਿ ਜਾਂਦੀਆਂ ਨੇ, ਜਾਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਰਹਿ ਜਾਂਦੀਆਂ ਨੇ, ਜਾਂ ਜਿਹੜੀਆਂ ਯਾਦਾਂ ਰਹਿ ਜਾਂਦੀਆਂ, ਸਾਰਿਆਂ ਦਾ ਨਾਂ ਜਿਹੜਾ ਭੂਤ ਹੁੰਦਾ। ਤੇ ਭੂਤ ਜਿਹੜਾ ਉਹ ਅਤੀਤ ਜਿਹੜਾ ਉਹ ਸਾਨੂੰ ਡਰਾਉਂਦਾ ਵੀ ਰਹਿੰਦਾ। ਭੂਤ ਕਾਲ ਜੇ ਅਸੀਂ ਗਲਤ ਕੰਮ ਕੀਤੇ ਹੋਣ ਤੇ ਜੇ ਭੂਤ ਕਾਲ ਦੇ ਵਿੱਚ ਕੋਈ ਚੰਗੇ ਕੰਮ ਹੋਏ ਹੋਣ ਤੇ ਉਹ ਸਾਡੀਆਂ ਯਾਦਾਂ ਦਾ ਹਿੱਸਾ ਬਣੇ ਰਹਿੰਦੇ ਨੇ। ਇਹੋ ਹੀ ਹਾਲਾਤ ਸਾਡੇ ਦੇਸ਼ ਦੇ ਵੀ ਨੇ, ਤੇ ਉਹ ਜੋ ਅਸੀਂ ਭੂਤ ਕਾਲ ਦੇ ਵਿੱਚ ਕੀਤਾ ਹੁੰਦਾ ਉਹ ਸਾਨੂੰ ਅੱਜ ਦਰਪੇਸ਼ ਹੁੰਦਾ ਸਾਡੇ ਦੇਸ਼ ਨੂੰ, ਦੇਸ਼ ਵਾਸੀਆਂ ਨੂੰ। ਤੇ ਇੱਕ ਬਿਆਨ ਮੈਂ ਜਿਹੜਾ ਪੜ੍ਹ ਰਿਹਾ ਸੀ ਭੂਤ ਕਾਲ ਦਾ, ਬੜੇ ਸੀਨੀਅਰ ਕਾਂਗਰਸ ਦੇ ਲੀਡਰ ਰਹਿ ਚੁੱਕੇ ਨੇ, ਹੁਣ ਆਪਣੀ ਪਾਰਟੀ ਬਣਾਈ ਹੋਈ ਹੈ ਜੰਮੂ ਕਸ਼ਮੀਰ ਦੇ ਨੇ, ਗੁਲਾਮ ਨਬੀ ਆਜ਼ਾਦ। ਉਹ ਕੱਲ ਇੱਕ ਪ੍ਰੋਗਰਾਮ ਨੂੰ ਕਿਤੇ ਸੰਬੋਧਨ ਕਰ ਰਹੇ ਸੀ ਤੇ ਉਹਨਾਂ ਨੇ ਉੱਥੇ ਗੱਲ ਜਿਹੜੀ ਜ਼ਿਕਰ ਕੀਤੀ ਕਸ਼ਮੀਰੀ ਪੰਡਤਾਂ ਦੀ। ਉਹ ਕਹਿੰਦੇ 600 ਸਾਲ ਪਹਿਲਾਂ ਕਸ਼ਮੀਰੀ ਪੰਡਤਾਂ ਨੇ ਇਸਲਾਮ ਅਪਣਾਇਆ ਸੀ। ਡੋਡਾ ਜੀ ਪ੍ਰੋਗਰਾਮ ਦੌਰਾਨ ਉਹ ਦੱਸ ਰਹੇ ਸੀਗੇ, ਉਹਨਾਂ ਨੇ ਆਪਣਾ ਬਣਾਇਆ ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ, ਠੀਕ ਹੈ ਜੀ। ਉਸ ਵੇਲੇ ਜਿਹੜੇ ਆ ਇਸਲਾਮ ਨੂੰ ਜਿਹੜਾ ਉਹ ਦੱਸ ਰਹੇ ਸੀ ਕਿ ਹਿੰਦੂ ਧਰਮ ਜਿਹੜਾ ਇਸਲਾਮ ਤੋਂ ਵੀ ਪੁਰਾਣਾ ਹੈ, ਇਹ ਉਹਨਾਂ ਦਾ ਕਹਿਣਾ ਸੀਗਾ। ਕਹਿੰਦੇ ਸਾਰੇ ਮੁਸਲਮਾਨ ਪਹਿਲਾਂ ਹਿੰਦੂ ਸੀਗੇ, ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ। ਕਸ਼ਮੀਰ ਵਿੱਚ ਸਾਰੇ ਮੁਸਲਮਾਨ ਕਸ਼ਮੀਰੀ ਪੰਡਤਾਂ ਤੋਂ ਜਿਹੜੇ ਆ ਧਰਮ ਪਰਿਵਰਤਨ ਕਰਕੇ ਪਰਿਵਰਤਿਤ ਹੋਏ। ਸਾਰਿਆਂ ਦਾ ਜਨਮ ਕਹਿੰਦਾ ਹਿੰਦੂ ਧਰਮ ਵਿੱਚ ਹੀ ਹੋਇਆ। 600 ਸਾਲ ਪਹਿਲਾਂ ਕਸ਼ਮੀਰ ਵਿੱਚ ਕੋਈ ਮੁਸਲਮਾਨ ਹੈ ਹੀ ਨਹੀਂ ਸੀ। ਪਿਛਲੇ ਦਿਨੀ ਡੋਡਾ ਦੇ ਵਿੱਚ ਪ੍ਰੋਗਰਾਮ ਦੇ ਇਹ ਨਬੀ ਸਾਹਿਬ ਇਹ ਬੋਲ ਰਹੇ ਆ ਕਿ ਕਸ਼ਮੀਰੀ ਪੰਡਤਾਂ ਤੋਂ ਇਸਲਾਮ ਵਿੱਚ ਜਿਹੜੇ ਤਬਦੀਲ ਹੋਏ ਆ ਉਹਨਾਂ ਨੂੰ ਕੀਤਾ ਗਿਆ ਸੀ, ਕਹਿੰਦੇ ਧੱਕੇਸ਼ਾਹੀ ਨਾਲ ਵੀ ਕੀਤਾ ਗਿਆ ਸੀ, ਤੇ ਇਸਲਾਮ ਤੋਂ ਪਹਿਲਾਂ ਹਿੰਦੂ ਧਰਮ ਹੀ ਸੀਗਾ।
ਭਾਰਤ ਵਿੱਚ ਇਸਲਾਮ 1500 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ, ਜਦ ਕਿ ਹਿੰਦੂ ਧਰਮ ਜਿਹੜਾ ਉਹ ਸਦੀਆਂ ਹਜ਼ਾਰਾਂ ਸਾਲ ਜਿਹੜਾ ਉਹ ਪੁਰਾਣਾ। ਇਹ ਜਿਹੜਾ ਬਿਆਨਬਾਜ਼ੀ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਸੰਧੂ ਸਾਹਿਬ, ਇਹ ਬਹੁਤ ਚਿੰਤਾ ਦਾ ਵਿਸ਼ੇ ਆ। ਗੁਲਾਮ ਨਬੀ ਆਜ਼ਾਦ ਜੀ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਵਾ। ਇਹ ਜਿਹੜੀ ਅਟਲ ਸੱਚਾਈ ਹੈ ਲੋਕਾਂ ਦੇ ਸਾਹਮਣੇ, ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਤੇ ਉਦੋਂ ਇਹ ਕਥਾ ਵਾਰਤਾ ਸੀਗੀ ਕਿ ਮੁਗਲਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਮੁਗਲ ਬਾਦਸ਼ਾਹ ਸੀਗਾ ਮੌਕੇ ਦਾ, ਉਹ 1.25 ਮਣ ਜਨੇਊ ਤੋਲ ਕੇ ਰਾਤ ਦੀ ਰੋਟੀ ਖਾਂਦਾ ਸੀਗਾ। ਤੇ ਇਹ ਬਿਲਕੁਲ ਉਸ ਗੱਲ ਨੂੰ ਪ੍ਰਮਾਣਿਤ ਕੀਤਾ ਗੁਲਾਮ ਨਬੀ ਆਜ਼ਾਦ ਜੀ ਨੇ ਕਿ 1.25 ਮਣ ਜਨੇਊ, ਹੁਣ 5-10 ਗ੍ਰਾਮ ਦਾ ਜਨੇਊ ਹੁੰਦਾ ਵਾ ਤੇ 1.25 ਮਣ ਦੀ ਗਿਣਤੀ ਦੇਖ ਲਓ ਵੀ ਕਿੰਨੇ ਲੋਕਾਂ ਨੂੰ ਕਨਵਰਟ, ਮਸਲਾ ਆ ਗਿਆ ਕਨਵਰਸ਼ਨ ਦੇ ਉੱਤੇ। ਔਰ ਇੱਕ ਚੀਜ਼ ਮੈਂ ਤਰਾਸਦੀ ਹੈ ਸਾਡੇ ਹਿੰਦੁਸਤਾਨ ਵਾਸਤੇ, ਪਹਿਲਾਂ ਮੁਗਲਾਂ ਨੇ ਆਣ ਕੇ ਜਿਹੜੀ ਕਨਵਰਸ਼ਨ ਹੈ ਮੁਸਲਮਾਨਾਂ ਦੇ ਵਿੱਚ ਕੀਤੀ ਔਰ ਸਾਡੇ ਸਮਾਜ ਨੂੰ ਵੰਡਣ ਦਾ ਕੰਮ ਕੀਤਾ, ਔਰ ਉਸ ਦੇ ਚਲਦਿਆਂ ਅੱਜ ਦੀ ਤਰੀਕ ਤੱਕ ਵੀ ਉਹ ਕਨਵਰਜਨ ਰੁਕ ਨਹੀਂ ਪਾ ਰਹੀ। ਔਰ ਇਹ ਬੜੀ ਚਿੰਤਾ ਦਾ ਵਿਸ਼ੇ ਆ। ਜਿਵੇਂ ਕਿ ਅਸੀਂ ਮਣੀਪੁਰ ਦੀਆਂ ਘਟਨਾਵਾਂ ਜਾਂ ਨੌ ਦੇ ਵਿੱਚ ਘਟਨਾਵਾਂ, ਇਹ ਸਾਰੀਆਂ ਘਟਨਾਵਾਂ ਦੇ ਪਿੱਛੇ ਕਿਤੇ ਨਾ ਕਿਤੇ ਕਨਵਰਜਨ ਹੀ ਸਾਹਮਣੇ ਆ ਰਹੀ ਆ। ਈਸਾਈ ਧਰਮ ਦੇ ਵਿੱਚ ਜੋ ਮੇਰਾ ਇਹ ਮੰਨਣਾ, ਮੇਰੀਆਂ ਇਹ ਭਾਵਨਾਵਾਂ ਨੇ, ਜਦੋਂ ਦੇਸ਼ ਆਜ਼ਾਦ ਹੋਇਆ ਇੱਕ ਪਰਿਵਾਰ ਦਾ ਇੱਕ ਮਸੌਦਾ ਬ੍ਰਿਟਿਸ਼ ਦੇ ਨਾਲ ਹੋਇਆ ਜਿਹਦੇ ਵਿੱਚ ਈਸਾਈਅਤ ਨੂੰ ਫੈਲਾਉਣ ਵਾਸਤੇ ਇੱਥੇ ਇੱਕ ਰੋਡ ਮੈਪ ਦਿੱਤਾ ਗਿਆ। ਔਰ ਉਹਨਾਂ ਦੇ ਲੰਮਾ ਸਮਾਂ ਕਾਂਗਰਸ ਦੇ ਕਾਰਜਕਾਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਈਸਾਈਅਤ ਨੇ ਬਹੁਤ ਵੱਡੇ ਲੈਵਲ ਤੇ ਆਪਣੇ ਪੈਰ ਪਸਾਰੇ ਨੇ। ਇੱਕ ਵਾਰ ਦੁਬਾਰਾ ਤੋਂ ਹਿੰਦੁਸਤਾਨ ਨੂੰ ਉਹਨਾਂ ਹੀ ਪ੍ਰਸਥਿਤੀਆਂ 'ਚ ਲਿਆਉਣ ਦਾ, ਜਿਸ ਤਰ੍ਹਾਂ ਮੁਗਲਾਂ ਨੇ ਆਪਣੀ ਸਾਜ਼ਿਸ਼ ਰਚੀ ਸੀਗੀ, ਕਾਂਗਰਸੀਆਂ ਦੇ ਥਰੂ ਗੋਰਿਆਂ ਨੇ ਆਪਣੀ ਸਾਜ਼ਿਸ਼ ਰਚੀ ਆ, ਜਿਸ ਦੇ ਵਿੱਚ ਈਸਾਈਅਤ ਜਿਹੜੀ ਆ ਉਹਨੂੰ ਬਹੁਤ ਵੱਡੇ ਪੱਧਰ ਤੇ ਉਸਾਰਿਆ ਜਾ ਰਿਹਾ ਵਾ। ਔਰ ਇਹ ਬੜੀ ਚਿੰਤਾ ਦਾ ਵਿਸ਼ਾ ਆ। ਜਿੱਦਾਂ ਅੱਜ ਹਿੰਦੂ ਮੁਸਲਮਾਨ ਦੇ ਝਗੜਿਆਂ ਦਾ ਅਸੀਂ ਮਸਲਾ ਦੇਖ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਈਸਾਈਅਤ ਨੂੰ ਲੈ ਕੇ ਵੀ ਝਗੜੇ ਸਾਹਮਣੇ ਆਉਣਗੇ। ਅਗਰ ਇਸ ਕਨਵਰਜਨ ਨੂੰ ਅਸੀਂ ਰੋਕਣ 'ਚ ਅਸਮਰੱਥ ਰਹਿੰਦੇ ਹਾਂ ਤੇ ਇਸ ਦੇਸ਼ ਦਾ ਇਸ ਟਾਈਮ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ, ਦੋ ਚਿੰਤਾ ਦੇ ਵਿਸ਼ੇ ਨੇ, ਇੱਕ ਨਸ਼ਾ ਤੇ ਦੂਸਰੀ ਕਨਵਰਜਨ। ਇਹ ਹਿੰਦੁਸਤਾਨ ਦਾ ਬੇੜਾ ਗਰਕ ਕਰਨ ਦੇ ਇੱਕ ਨਿਯਮਿਤ ਤਰੀਕੇ ਨੇ। ਮੇਰਾ ਇਹ ਮੰਨਣਾ ਵਾ ਕਿ ਸਰਕਾਰਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਸਖਤ ਰੁਖ ਅਪਣਾਉਣ ਦੀ ਜ਼ਰੂਰਤ ਹੈ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕਨਵਰਜਨ ਦੇ ਮੁੱਦੇ ਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨ ਔਰ ਇਸ ਚੀਜ਼ ਨੂੰ ਰੋਕਣ ਵਾਸਤੇ ਪ੍ਰਾਪਤ ਉਪਰਾਲੇ ਕਰਨ। ਔਰ ਇਹ ਆਉਣ ਵਾਲੇ ਸਮੇਂ 'ਚ ਦੇਸ਼ ਵਾਸਤੇ ਬਹੁਤ ਚਿੰਤਾ ਦਾ ਵਿਸ਼ੇ ਬਣੇਗਾ। ਤੇ ਮੈਂ ਉਹੀ ਗੱਲ ਗੁਲਾਮ ਨਬੀ ਆਜ਼ਾਦ ਨੇ ਜਿਹੜੀ ਅੱਜ ਕਹੀ ਆ ਕਿ 500 ਸਾਲ ਜਾਂ 600 ਸਾਲ ਪਹਿਲਾਂ ਇੱਥੇ ਕੋਈ ਮੁਸਲਮਾਨ ਸੀਗਾ ਹੀ ਨਹੀਂ। ਕਸ਼ਮੀਰ ਕੱਲੇ ਦੀ ਗੱਲ ਨਹੀਂ ਮੈਂ ਕਰਦਾ ਸੰਧੂ ਸਾਹਿਬ, ਹਿੰਦੁਸਤਾਨ ਸਾਰੇ ਦੇ ਵਿੱਚ ਹੀ ਮੁਸਲਮਾਨ ਕਿਤੇ ਨਹੀਂ ਸੀ ਪਾਏ ਜਾਂਦੇ। ਹਿੰਦੁਸਤਾਨ ਇੱਕ ਸਨਾਤਨ ਕੰਟਰੀ ਸੀਗੀ ਜਿਸ ਦੇ ਵਿੱਚ ਸਨਾਤਨ ਧਰਮ ਨਾਲ ਰਿਲੇਟਡ ਲੋਕ ਰਹਿੰਦੇ ਸੀਗੇ। ਔਰ ਇਹ ਮੁਗਲਾਂ ਨੇ ਆਣ ਕੇ ਕਨਵਰਜਨ ਸ਼ੁਰੂ ਕੀਤੀ ਤੇ ਇੱਕ ਵੱਡੀ ਗਿਣਤੀ ਮੁਸਲਮਾਨਾਂ ਦੇ ਵਿੱਚ ਕਨਵਰਟ ਹੋਈ, ਜਿਸ ਤੋਂ ਬਾਅਦ ਮੁਸਲਿਮ ਲੋਕ ਆਪਣੇ ਆਪ ਨੂੰ ਮੁਸਲਿਮ ਸਮਝਣ ਲੱਗ ਪਏ। ਅਗਰ ਇਹਨਾਂ ਦੇ ਬੀਟ ਰੂਟਸ ਦੇ ਵਿੱਚ ਅਸੀਂ ਜੜ੍ਹਾਂ 'ਚ ਜਾਵਾਂਗੇ ਤੇ ਇਹ ਸਾਰੇ ਹੀ ਸਨਾਤਨ ਨਾਲ ਜੁੜੇ ਲੋਕ ਮਿਲਣਗੇ। ਤੇ ਮੇਰਾ ਇਹ ਮੰਨਣਾ ਆ ਕਿ ਇਸ ਚੀਜ਼ ਦੇ ਉੱਤੇ ਕਨਵਰਜਨ ਜਿਹੜੀ ਆ ਇਹ ਬਹੁਤ ਚਿੰਤਾ ਦਾ ਵਿਸ਼ੇ ਆ। ਤੇ ਜਿਹੜੀ ਅੱਜ ਵੀ ਕਨਵਰਜਨ ਹੋ ਰਹੀ ਆ, ਇਹ ਕਨਵਰਜਨ ਨੂੰ ਰੋਕਣਾ ਜਿਹੜਾ ਸਰਕਾਰਾਂ ਦੀ ਪ੍ਰਾਪਤ ਜ਼ਿੰਮੇਵਾਰੀ ਔਰ ਸਾਡੇ ਸਮਾਜ ਦੀ ਵੀ ਰਿਸਪੌਂਸਿਬਿਲਟੀ ਬਣਦੀ ਆ ਕਿ ਜਿਹੜੇ ਵੀ ਲੋਕ ਕਨਵਰਸ਼ਨ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਵਾਪਸ ਕਿਵੇਂ ਲੈ ਕੇ ਆਉਣਾ, ਉਹ ਤੁਹਾਡੀ ਸਾਡੇ ਇਹੀ ਸਮਾਜਿਕ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਸੇ ਤਰੀਕੇ ਉਹਨਾਂ ਨੂੰ ਆਪਣੇ ਧਰਮਾਂ ਦੇ ਵਿੱਚ ਵਾਪਸ ਲੈ ਕੇ ਆਈਏ ਔਰ ਆਪਣੇ ਦੇਸ਼ ਨੂੰ ਉਜੜਨ ਤੋਂ ਬਚਾਈਏ। ਇਹ ਉਜਾੜੇ ਵੱਲ ਨੂੰ ਵਧਾ ਰਿਹਾ ਜਿਹੜੀ ਕਨਵਰਸ਼ਨ ਹੈ ਔਰ ਸਾਨੂੰ ਆਪਣੇ ਦੇਸ਼ ਨੂੰ ਬਚਾਉਣ ਦੀ ਬੜੀ ਵੱਡੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ ਕਮਲ ਮੰਜ਼ਲ ਜੀ, ਇੱਥੇ ਕਨਵਰਸ਼ਨ ਜਿਹੜੀ ਹੈ ਉਹ ਸਾਡੇ ਸਮਾਜ ਦੇ ਅੰਦਰ ਕਈ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹ ਪੈਦਾ ਕਰਦੀ ਹੈ। ਉੱਥੇ ਕਿਤੇ ਨਾ ਕਿਤੇ ਇਹਦਾ ਜਿਹੜਾ ਮੂਲ ਜਿਹੜਾ ਸਾਡੇ ਅੱਤਵਾਦ ਜਿਹਨੂੰ ਆਪਾਂ ਕਹਿੰਦੇ ਹਾਂ, ਅੱਤਵਾਦ ਦਾ ਮੂਲ ਦੇ ਉਹਦੀ ਜਿਹੜੀ ਜੜ ਆ ਉਹ ਵੀ ਸਾਡੇ ਜਿਹੜੇ ਪੁਰਾਤਨ ਸਮਿਆਂ ਤੋਂ ਹੋਈ ਕਨਵਰਸ਼ਨ ਹੈ ਉਹਦੇ ਵਿੱਚ ਜੁੜੀ ਹੋਈ ਹੈ। ਜਿਵੇਂ ਆਪਾਂ ਭੂਤਕਾਲ ਦੀ ਗੱਲ ਕਰਦੇ ਸੀ ਕਿ ਭੂਤਕਾਲ ਦੇ ਵਿੱਚ ਸਾਡੇ ਬਜ਼ੁਰਗਾਂ ਨੇ, ਹਾਲਾਂਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਹੇਠ ਕਨਵਰਸ਼ਨ ਦੇ ਖਿਲਾਫ, ਧਰਮ ਤਬਦੀਲੀ ਦੇ ਖਿਲਾਫ ਜਿਹੜੀ ਜੰਗ ਲੜੀ ਗਈ ਉਹ ਆਪਣੇ ਆਪ 'ਚ ਇੱਕ ਵਿਲੱਖਣ ਹੈ ਤੇ ਉਹਦੇ ਤੋਂ ਸਬਕ ਜਿਹੜਾ ਸਾਰੇ ਸੰਸਾਰ ਨੂੰ ਲੈਣਾ ਚਾਹੀਦਾ। ਪਰ ਕਿਤੇ ਨਾ ਕਿਤੇ ਜੋ ਕੁਝ ਵੀ ਵਿਦੇਸ਼ੀ ਹਮਲਾਵਰ ਬਾਬਰ ਤੋਂ ਲੈ ਕੇ ਇਹ ਧਰਤੀ ਤੇ ਹੁੰਦਾ ਰਿਹਾ ਉਹ ਸਾਰਾ ਕੁਝ ਇੱਕ ਗਿਣੇ ਮੱਥੇ ਢੰਗ ਨਾਲ ਅੱਤਵਾਦ ਦਾ ਹੀ ਜਿਹੜਾ ਉਹ ਹਿੱਸਾ ਸੀ। ਪਰ ਅੱਜ ਦੀ ਜਿਹੜੇ ਹਾਲਾਤ, ਤੁਸੀਂ ਸਰਕਾਰਾਂ ਨੂੰ ਗੱਲ ਕਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਤੁਸੀਂ ਕਹਿ ਰਹੇ ਆ, ਉਹ ਨਰਿੰਦਰ ਮੋਦੀ ਜੀ ਤਾਂ ਬੜੇ ਵੱਡੇ ਐਲਾਨ ਕਰ ਰਹੇ ਨੇ ਅੱਤਵਾਦ ਦੇ ਖਿਲਾਫ। ਪੂਰੀ ਦੁਨੀਆ ਦੇ ਵਿੱਚ ਅੱਤਵਾਦ ਦੇ ਖਿਲਾਫ ਇੱਕ ਲਾਮਬੰਦੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸੇ ਵੀ ਦੇਸ਼ ਵਿੱਚ ਅੱਤਵਾਦ ਹੋਵੇ ਕਹਿੰਦੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਪਰ ਅੱਤਵਾਦ ਦੀ ਜਿਹੜੀ ਜੜ ਆ, ਜਿਵੇਂ ਤੁਸੀਂ ਗੱਲ ਕਹੀ
ਕਿ ਜਿਹੜੀ ਕਨਵਰਸ਼ਨ ਹੋ ਚੁੱਕੀ ਹੈ ਇਹ ਸਾਡੀ ਇਹਨਾਂ ਸਾਰੀ ਜੜ ਆ, ਸਾਰੇ ਫਸਾਦ ਦੀ ਜੜ ਜਿਹਨੂੰ ਕਹਿੰਦੇ ਆਪਾਂ, ਇਹ ਕਨਵਰਸ਼ਨ ਹੀ ਹੈ। ਤਾਂ ਫਿਰ ਇਹ ਅੱਤਵਾਦ ਜਿਹੜਾ ਇਹਦੀ ਆੜ ਹੇਠ ਫੈਲ ਰਿਹਾ, ਤੁਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੋਏਗੀ ਕਿ ਵੀਡੀਓ ਇੱਕ ਚੱਲ ਰਿਹਾ ਸੀ, ਉਹਦੇ 'ਚ ਖੁਲਾਸਾ ਹੋਇਆ ਨਵਾਂ ਮਣੀਪੁਰ ਦਾ ਤੁਸੀਂ ਜ਼ਿਕਰ ਕੀਤਾ। ਚਿੰਤਾ ਇਸ ਗੱਲ ਦੀ ਹੈ ਕਿ ਮਣੀਪੁਰ ਵਿੱਚ ਹੁਣ ਜਿਹੜੇ ਕੁਕੀ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਕੱਲ ਇੱਕ ਖਬਰ ਮੈਂ ਆਪਣੀ ਵੈਬਸਾਈਟ ਤੇ ਵੀ ਛਾਪੀ ਸੀ ਕਿ ਉਹਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਦੱਸਦੇ ਆ ਕਿ ਜਿਹੜੇ 1200 ਤੋਂ ਉੱਪਰ ਜਿਹੜੇ ਹਥਿਆਰ ਜਿਹੜੇ ਆ ਉਹ ਲੁੱਟੇ ਗਏ ਸੀ ਫੋਰਸਾਂ ਦੇ ਕੁਕੀ ਅੱਤਵਾਦੀਆਂ ਵੱਲੋਂ, ਉਹਦੇ 'ਚ ਹਲੇ 250 ਰਿਕਵਰ ਹੋਏ ਆ। ਬਾਕੀ ਹਥਿਆਰ ਜਿਹੜੇ ਆ ਉਹ ਡੂੰਘੀਆਂ ਖਾਈਆਂ ਦੇ ਵਿੱਚ ਹੋਰ ਪਹਾੜਾਂ ਦੀਆਂ ਕੁੰਦਰਾਂ 'ਚ ਲੈ ਕੇ ਲੁਕੇ ਹੋਏ ਨੇ ਲੋਕ, ਅੱਤਵਾਦੀ ਲੋਕ ਜਿਹੜੇ ਚਾਹੁੰਦੇ ਨੇ ਕਿ ਉੱਤਲੇ ਪਾਸੇ ਨੂੰ ਫੋਰਸ ਕੋਈ ਜਾ ਹੀ ਨਾ ਸਕੇ। ਤੇ ਇਹਦੇ 'ਚ ਕਹਿੰਦੇ ਹੋਰ ਵੀ ਕਈ ਕਾਰਨ ਨੇ, ਜਿਵੇਂ ਤੁਸੀਂ ਨਸ਼ਿਆਂ ਦਾ ਜ਼ਿਕਰ ਕੀਤਾ, ਉੱਥੇ ਨਸ਼ੇ ਵੀ ਕਾਰਨ ਨੇ, ਤੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਘੁਸਪੈਠ ਹੁੰਦੀ ਹੈ ਉਹ ਵੀ ਇਹਦਾ ਇੱਕ ਕਾਰਨ ਹੈ। ਤੇ ਜੇ ਐਡੀ ਵੱਡੀ ਸਮੱਸਿਆ ਮਣੀਪੁਰ 'ਚ ਬਣੀ ਹੋਈ ਹੈ, ਸਾਰੇ ਹਾਲਾਤ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਤੇ ਫਿਰ ਜਿਹੜੀ ਸਰਕਾਰ ਹੈ ਉਹ ਕੀ ਇਸ ਵੇਲੇ ਤੱਕ ਕਰ ਰਹੀ ਆ? ਜੰਮੂ ਕਸ਼ਮੀਰ ਦੇ ਵਿੱਚ 370 ਹਟਾਈ ਹੈ, 370 ਹਟਾ ਕੇ ਕੋਸ਼ਿਸ਼ ਕੀਤੀ ਹੈ ਤੇ ਹਾਲਾਤ ਵੀ ਸਾਜ਼ਗਾਰ ਹੋ ਰਹੇ ਨੇ। ਤੇ ਇਦਾਂ ਦੀ ਰਣਨੀਤੀ ਕੋਈ ਮਣੀਪੁਰ ਵਾਲੇ ਨਹੀਂ ਸੋਚਦੇ? ਕੀ ਲੱਗਦਾ ਸੰਧੂ ਸਾਹਿਬ? ਗੱਲ ਨਾ ਫਿਰ ਉੱਥੇ ਹੀ ਆਣ ਕੇ ਖੜੀ ਹੋ ਜਾਣੀ ਆ। ਦੇਖੋ ਮੇਰੀ ਇੱਕ ਬੇਨਤੀ ਸੁਣੋ, ਜਿਹੜੇ ਮਤਾਈ ਭਾਈਚਾਰਾ ਵਾ ਇਹਨੂੰ ਸ਼ਡਿਊਲ ਟ੍ਰਾਈਬ ਦਾ ਉੱਥੇ ਰੁਤਬਾ ਹਾਸਲ ਸੀਗਾ ਮਣੀਪੁਰ ਦੇ ਵਿੱਚ, ਜਿਹੜੀ ਕਿ 1951 ਵਿੱਚ ਸਾਡੀ ਭਾਰਤ ਦੀ ਸਰਕਾਰ ਨੇ ਉਹਨਾਂ ਕੋਲੋਂ ਇਹ ਜਿਹੜਾ ਹੱਕ ਸੀ ਉਹਨਾਂ ਕੋਲੋਂ ਖੋਹ ਲਿਆ ਗਿਆ। ਔਰ ਜਿਹੜੇ ਮਤਾਈ ਜਿਹੜੇ ਕੁਕੀ ਭਾਈਚਾਰਾ ਵਾ ਇਹ ਸਾਰੇ ਲੋਕ ਕੌਣ ਨੇ? ਕੋਈ ਸ਼੍ਰੀਲੰਕਾ ਤੋਂ, ਕੋਈ ਬੰਗਲਾਦੇਸ਼ ਤੋਂ, ਤੇ ਕੋਈ ਮਿਆਂਮਾਰ ਤੋਂ, ਜਿਹੜੇ ਉੱਥੋਂ ਉਜੜ ਕੇ ਜਾਂ ਕਿਸੇ ਵੀ ਕਾਰਨਵਰਸ਼ ਇੱਥੇ ਪਹੁੰਚ ਕੇ ਮਣੀਪੁਰ ਦੇ ਵਿੱਚ ਵਸ ਗਏ, ਉਹ ਕੁਕੀ ਭਾਈਚਾਰੇ ਦੇ ਲੋਕ ਨੇ। ਹੁਣ ਉਹਨਾਂ ਨੇ ਕੀ ਇੱਕ ਪ੍ਰਚੰਡ ਅਪਣਾ ਲਿਆ ਵਾ ਕਿ ਜਿਹੜੇ ਉੱਥੋਂ ਦੇ ਬੇਸਿਕ ਨਾਗਰਿਕ ਨੇ, ਮਤਈ ਭਾਈਚਾਰਾ, ਉਹਨਾਂ ਨੂੰ ਉੱਥੋਂ ਖਦੇੜਨਾ ਚਾਹੁੰਦੇ ਨੇ, ਉਹਨਾਂ ਦੀ ਗਿਣਤੀ ਘਟਾਉਣੀ ਚਾਹੁੰਦੇ ਨੇ, ਔਰ ਉਹਨਾਂ ਦੇ ਪ੍ਰਤੀ ਉਹ ਬਹੁਤ ਜ਼ਿਆਦਾ ਹੀਨ ਭਾਵਨਾ ਰੱਖਦੇ ਨੇ। ਜਿਸ ਕਰਕੇ ਦੇਖੋ ਦੋਵੇਂ ਧਿਰਾਂ ਨੂੰ ਦੇਖਣਾ ਪਏਗਾ। ਇੱਕ ਚੀਜ਼ ਨੂੰ ਹੀ ਅਸੀਂ ਅੱਗੇ ਰੱਖ ਕੇ ਚੱਲੀ ਜਾਵਾਂਗੇ, ਜਿੰਨਾ ਵੀ ਉੱਥੇ ਕੁਕੀ ਭਾਈਚਾਰਾ ਵਾ ਉਹ ਈਸਾਈਅਤ ਨਾਲ ਜੁੜ ਰਿਹਾ ਵਾ, ਉਹ ਸਾਰੇ ਹੀ ਮਿਆਂਮਾਰ, ਬੰਗਲਾਦੇਸ਼ ਤੋਂ ਔਰ ਉੱਥੋਂ ਪਲਾਇਨ ਕਰਕੇ ਆਏ ਹੋਏ ਲੋਕ ਨੇ, ਉੱਥੋਂ ਦੇ ਮੂਲ ਨਿਵਾਸੀ ਨਹੀਂ ਹੈਗੇ ਮਣੀਪੁਰ ਦੇ। ਔਰ ਉਹਨਾਂ ਨੂੰ ਉਹ ਸ਼ਡਿਊਲ ਟ੍ਰਾਈਬ ਦਾ ਰੁਤਬਾ ਦੇ ਦਿੰਦੀਆਂ ਨੇ ਸਰਕਾਰਾਂ, ਤੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ, ਜਿਨ੍ਹਾਂ ਦਾ ਸ਼ੁਰੂ ਤੋਂ ਉੱਥੇ ਇੱਕ ਮਤਲਬ ਉਹਨਾਂ ਦਾ ਪਿਤਾ ਪੁਰਖੀ ਉਹ ਸਾਰਾ ਸਿਸਟਮ ਹੈ, ਉਹਨਾਂ ਨੂੰ ਅਸੀਂ ਸਾਈਡਲਾਈਨ ਕਰ ਦਿੱਤਾ, ਉਹਨਾਂ ਕੋਲੋਂ ਸਾਰੀਆਂ ਸਹੂਲਤਾਂ ਖੋਲੀਆਂ। ਲੜਾਈ ਇਸ ਚੀਜ਼ ਦੀ ਚੱਲ ਰਹੀ ਆ ਵੀ ਜਿਹੜੇ ਸਾਡੇ ਹੱਕ ਨੇ ਉਹ ਸਾਨੂੰ ਮਿਲਣੇ ਚਾਹੀਦੇ ਨੇ। ਮਤਈ ਭਾਈਚਾਰੇ ਦੇ ਨਾਲ ਉੱਥੇ ਬਿਲਕੁਲ ਅਨਿਆਏ ਹੋ ਰਿਹਾ ਵਾ, ਬਟ ਸਰਕਾਰਾਂ ਵੀ ਮੈਨੂੰ ਕਿਤੇ ਨਾ ਕਿਤੇ ਬੇਬਸ ਨਜ਼ਰ ਆ ਰਹੀਆਂ ਨੇ। ਸਰਕਾਰਾਂ ਨੂੰ ਇੱਥੇ ਸਖਤ ਕਦਮ ਚੁੱਕਣ ਦੀ ਲੋੜ ਹੈ। ਜਿਹੜੇ ਬਾਹਰੋਂ ਪਲਾਇਨ ਕਰਕੇ ਆਏ ਨੇ ਜਾਂ ਨਕਲੀ ਆਧਾਰ ਕਾਰਡ ਬਣਾ ਕੇ ਉੱਥੋਂ ਦੇ ਵਸਨੀਕ ਬਣ ਚੁੱਕੇ ਨੇ, ਜਾਂ ਕੀ ਉਹਨਾਂ ਦੇ ਪਿੱਛੇ ਸਾਜ਼ਿਸ਼ ਕੀ ਆ, ਕਿੰਨਾਂ ਨੇ ਉਹਨਾਂ ਨੂੰ ਮਿਆਂਮਾਰ ਤੇ ਉੱਥੋਂ ਲਿਆ ਕੇ ਇੱਥੇ ਵਸਾਇਆ ਵਾ ਜਾਂ ਬੰਗਲਾਦੇਸ਼ ਤੋਂ ਲਿਆ ਕੇ ਵਸਾਇਆ ਵਾ, ਇੱਕ ਗਿਣੀ ਮਿੱਤੀ ਸਾਜ਼ਿਸ਼ ਹੈ। ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਣਾ ਚਾਹੀਦਾ ਪਹਿਲੇ ਨੰਬਰ ਤੇ। ਦੂਸਰੀ ਗੱਲ ਇਹ ਰਹੀ ਵੀ ਜੇ ਤਾਂ ਮੈਂ ਅੱਜ ਇਹ ਮੇਰਾ ਘਰ ਹੈ, ਮੈਂ ਆਪਣੇ ਘਰ ਦੇ ਵਿੱਚ ਪੁਰਾਣੇ ਸਮੇਂ ਤੋਂ ਰਹਿ ਰਿਹਾ ਜਾਂ ਮੇਰੇ ਪਿਤਾ ਪੁਰਖਿਆਂ ਤੋਂ ਮੈਂ ਰਹਿ ਰਿਹਾ, ਤੇ ਅੱਜ ਮੈਨੂੰ ਮੇਰੇ ਘਰ ਚੋਂ ਉਜਾੜਨ ਦੀ ਕੋਈ ਕੋਸ਼ਿਸ਼ ਕਰੇਗਾ ਤੇ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗਾ। ਇਹ ਲੜਾਈ ਬੜੇ ਲੰਮੇ ਸਮੇਂ ਤੋਂ ਉੱਥੇ ਚੱਲੀ ਆ ਰਹੀ ਇਹਨਾਂ ਦੀ। ਹੁਣ ਮੈਂ ਉਮੀਦ ਕਰਦਾ ਹਾਂ ਕਿ ਇਸ ਲੜਾਈ ਦਾ ਇਹ ਅੰਤ ਵਾਲੇ ਰੂਪ 'ਚ ਆ ਗਈ ਹੈ। ਜਿੱਦਾਂ ਕੁਕੀ ਭਾਈਚਾਰੇ ਨੇ ਤੁਸੀਂ ਹੁਣੇ ਗੱਲ ਕੀਤੀ ਕਿ 1200-1400 ਹਥਿਆਰ ਜਿਹੜੇ ਸਰਕਾਰ ਦੇ ਲੁੱਟ ਲਏ, ਜਿਸ 'ਚੋਂ 200-250 ਬਰਾਮਦ ਹੋਇਆ ਤੇ ਅੱਗੇ 1100-1200 ਜੇ ਪੈਂਡਿੰਗ ਨੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਸ਼ ਨੂੰ ਅਸਥਿਰ ਕਰਨ ਵਾਸਤੇ ਔਰ ਉਹਦੀ ਪਰ ਇਹਦੀ ਜੜ ਤੱਕ ਜਾਣ ਦੀ ਜ਼ਰੂਰਤ ਹੈ। ਪਿੱਛੇ ਟੂਲ ਕਿਟ ਕੌਣ ਹੈ? ਇਹ ਕੋਈ ਇੱਕ ਦੋ ਅਨਪੜ੍ਹ ਬੰਦਿਆਂ ਦੀ ਖੇਡ ਨਹੀਂ ਹੈਗੀ, ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ ਦੇਸ਼ ਨੂੰ ਖਰਾਬ ਕਰਨ ਦੀ। ਸਾਜ਼ਿਸ਼ ਹੈ, ਇਹਦੇ ਪਿੱਛੇ ਟੂਲ ਕਿਟ ਹੈ, ਦਾ ਪਤਾ ਲੱਗਾ। ਪਰ ਬੀਜੇਪੀ ਦੀ ਸਰਕਾਰ ਹੈ, ਮੰਦਰ ਸਾਹਿਬ, ਬੀਜੇਪੀ ਦੀ ਸਰਕਾਰ ਹੈ, ਸੂਬੇ ਹੋਣੇ ਚਾਹੀਦੇ ਨੇ। ਸੂਬੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਰਾਸ਼ਟਰੀ ਪੱਧਰ ਤੇ ਬੀਜੇਪੀ ਦੀ ਸਰਕਾਰ ਹੈ। ਬੀਜੇਪੀ ਦਾ ਦਾਅਵਾ ਤਾਂ ਇਹ ਹੈ ਕਿ ਜੇ ਦੋਨੇ ਜਗ੍ਹਾ ਦੇ ਡਬਲ ਇੰਜਨ ਦੀ ਸਰਕਾਰ ਹੋ ਜਾਏ ਤੇ ਉਹ ਹਰ ਸਮੱਸਿਆ ਦਾ ਹੱਲ ਕਰ ਦਿੰਦੀ ਹੈ। ਤੇ ਇੱਥੇ ਜਿਹੜਾ ਹੱਲ ਕਰਨ 'ਚ ਇੰਨੀ ਦੇਰ ਕਿਉਂ ਲੱਗ ਰਹੀ ਹੈ ਸਰਕਾਰ? ਸੰਧੂ ਸਾਹਿਬ ਦੇਖੋ, ਜਦੋਂ ਕੋਈ ਮਸਲੇ ਵਿਗੜ ਜਾਂਦੇ ਨੇ ਉਹ ਸਮਾਂ ਤੇ ਲੈਂਦੇ ਹੀ ਨੇ ਇਹਨਾਂ ਚੀਜ਼ਾਂ ਦੇ ਵਿੱਚ। ਪਰ ਮੇਰਾ ਇਹ ਮੰਨਣਾ ਕਿ ਇਸ ਮਸਲੇ ਦਾ ਹੱਲ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬੜੇ ਸੰਜੀਦਾ ਤਰੀਕੇ ਨਾਲ ਲੱਭ ਲੈਣਗੇ ਔਰ ਬਹੁਤ ਜਲਦ ਹੀ ਲੱਭ ਲਿਆ ਜਾਏਗਾ। ਔਰ ਇਹਦੀ ਜੜ ਤੱਕ ਜਾ ਕੇ ਮਸਲਾ, ਇਹ ਲੜਾਈ ਝਗੜਾ ਖਤਮ ਕਰਨਾ ਨਹੀਂ, ਮਸਲਾ ਉਸ ਜੜ ਨੂੰ ਖਤਮ ਕਰਨਾ ਵਾ ਜਿੱਥੋਂ ਇਹ ਚੀਜ਼ ਉਪਜਦੀ ਆ। ਤੇ ਜਿੰਨਾ ਚਿਰ ਤੱਕ ਅਸੀਂ ਉਹ ਜੜ ਨੂੰ ਫੜ ਕੇ ਨਹੀਂ ਕੱਟਦੇ ਤੇ ਇਹ ਜਿਹੜਾ ਬੂਟਾ ਪੁੰਗਰਦਾ ਰਹੇਗਾ,
ਤੇ ਮੇਰਾ ਇਹ ਮੰਨਣਾ ਵਾ ਕਿ ਸਾਨੂੰ ਉਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਆ ਜਿਹੜੇ ਉਸ ਚੀਜ਼ ਦੇ ਹੱਕਦਾਰ ਨੇ, ਜਿਹੜੇ ਬਾਹਰੋਂ ਆਣ ਕੇ ਇੱਥੇ ਕਬਜ਼ੇ ਕਰਕੇ ਤੇ ਆਪਣੇ ਆਪ ਨੂੰ ਸਥਾਪਿਤ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹਨਾਂ ਦੀ ਪੈਰਵਾਈ ਨਾ ਕਰਦੇ ਹੋਏ ਜਿਨ੍ਹਾਂ ਦਾ ਪਿਤਾ ਪੁਰਖੀ ਹੱਕ ਬਣਦਾ ਉਹਨਾਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ। ਔਰ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਸੋਝੀ ਹੋਣੀ ਚਾਹੀਦੀ ਹੈ। ਜਦੋਂ ਇੱਕ ਲੰਬਾ ਸਮਾਂ ਉਹ ਇੱਕ ਅਧਿਕਾਰ ਦਾ ਵਰਤੋਂ ਕਰਦੇ ਆ ਰਹੇ ਨੇ, ਤੇ ਜਦੋਂ ਉਹਨਾਂ ਕੋਲ ਉਹਨਾਂ ਦਾ ਅਧਿਕਾਰ ਖੋ ਕੇ ਕਿਸੇ ਬਾਹਰੋਂ ਆਏ ਬੰਦੇ ਨੂੰ ਦੇ ਦਿੱਤਾ ਜਾਏਗਾ ਤੇ ਫਿਰ ਉਹ ਪੀੜਾ ਤੇ ਰਹੇਗੀ ਨਾ। ਔਰ ਇਹ ਲੜਾਈ ਅੱਜ ਦੀ ਨਹੀਂ, ਇਹ ਲੜਾਈ ਬੜੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਆ ਔਰ ਮੌਕੇ ਦੀਆਂ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਪੈਦਾ ਕੀਤੀ ਗਈ ਇਹ ਲੜਾਈ ਆ, ਜਿਹੜੀ ਕਿ ਅੱਜ ਉਸ ਨੂੰ ਪੂਰਾ। ਮੈਂ ਇੱਕ ਚੀਜ਼ ਸੰਧੂ ਸਾਹਿਬ ਤੁਹਾਡੇ ਨਾਲ ਜ਼ਿਕਰ ਕਰਨੀ ਚਾਹਾਂਗਾ, ਜਿਹੜੀ ਘਟਨਾ ਨੂੰ ਲੈ ਕੇ ਮਣੀਪੁਰ ਦੇ ਦੰਗੇ ਭੜਕੇ, ਉਹ ਘਟਨਾ ਜਦੋਂ ਹੋਈ ਉਸ ਤੋਂ 1 ਮਹੀਨੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਗੱਲਬਾਤ ਸ਼ਾਂਤ ਹੋ ਗਈ, ਕੋਈ ਦੰਗੇ ਨਹੀਂ ਸੀ ਹੋ ਰਹੇ, ਕੋਈ ਕੁਝ ਨਹੀਂ ਸੀ ਹੋ ਰਹੇ। ਅੱਜ ਭਾਰਤ ਸਰਕਾਰ ਆਪਣਾ ਇਜਲਾਸ ਸੱਦਦੀ ਆ ਤੇ ਇਜਲਾਸ ਸੱਦਣ ਤੇ ਇੱਕ ਪਾਰਟੀਕੂਲਰ ਪਾਰਟੀ ਉਸ ਵੀਡੀਓ ਨੂੰ ਜਾਰੀ ਕਰ ਦਿੰਦੀ ਆ ਤੇ ਇਮੀਡੀਏਟਲੀ ਦੰਗੇ ਭੜਕ ਜਾਂਦੇ ਨੇ, ਅੱਗਾਂ ਲੱਗ ਜਾਂਦੀਆਂ ਨੇ, ਉੱਥੇ ਕਤਲੋ ਗਾਰਤ ਸ਼ੁਰੂ ਹੋ ਜਾਂਦੀ ਆ। ਕਿ ਇਹ ਸਾਜ਼ਿਸ਼ ਨਹੀਂ ਨਜ਼ਰ ਆਉਂਦੀ? ਇਹ ਚੋਂ ਸਾਜ਼ਿਸ਼ ਦੀ ਬੂ ਨਹੀਂ ਆਉਂਦੀ? ਮੈਨੂੰ ਤੇ ਆਉਂਦੀ ਹੈ ਜੀ ਬੜੇ ਵਧੀਆ ਤਰੀਕੇ ਨਾਲ ਵੀ ਇਹ ਇੱਕ ਸਾਜ਼ਿਸ਼ ਹੈ। ਔਰ ਉਸ ਮੌਕੇ ਦੀ ਬੀਜੇਪੀ ਦੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ, ਔਰ ਇਹ ਕੌਣ ਕਰ ਸਕਦਾ ਤੁਹਾਡੇ ਮੇਰੇ ਤੋਂ? ਮੈਂ ਸਮਝਦਾ ਕਿ ਜਨਤਾ ਵੀ ਇਸ ਗੱਲ ਨੂੰ ਸਮਝਦੀ ਹੈ ਵੀ ਇਸ ਹਰਕਤ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਲੋਕਾਂ ਦੇ ਹੱਥ ਹੋ ਸਕਦੇ ਨੇ। ਪਰ ਮੈਂ ਭਾਰਤ ਸਰਕਾਰ ਨੂੰ ਜਾਂ ਮਣੀਪੁਰ ਦੀ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਵੀ ਲੋਕ ਇਸ ਘਟਨਾਕ੍ਰਮ ਦੇ ਪਿੱਛੇ ਸੂਤਰਧਾਰ ਨੇ, ਉਹਨਾਂ ਦੇ ਨੰਗੇ ਚਿਹਰੇ ਆ ਉਹ ਭਾਰਤ ਦੀ ਜਨਤਾ ਦੇ ਸਾਹਮਣੇ ਜ਼ਰੂਰ ਹੋਣੇ ਚਾਹੀਦੇ ਨੇ। ਜੀ ਮੰਜੂ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼, ਕੋਈ ਟੂਲ ਕਿਟ ਨਜ਼ਰ ਆ ਰਹੀ ਹੈ, ਤੇ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਹਰਿਆਣਾ ਦੇ ਨੂਹ ਵਿੱਚ ਜਿਹੜਾ ਯਾਤਰਾ ਦੇ ਉੱਤੇ ਪਥਰਾਅ ਹੋਇਆ, ਜਿਸ ਤਰੀਕੇ ਨਾਲ ਲੋਕਾਂ ਨੂੰ ਉਕਸਾਇਆ ਗਿਆ, ਉਹ ਸਾਰਾ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਜਿੱਥੇ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਉੱਥੇ ਲੋਕਾਂ ਦੇ ਅੰਦਰ ਇਹ ਜਿਹੜੀ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇ। ਇਹ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨਜ਼ਰ ਆ ਰਹੀ ਹੈ, ਕਿਉਂਕਿ ਮਣੀਪੁਰ ਤੋਂ ਬਾਅਦ ਜੋ ਨੂਹ ਵਿੱਚ ਵਾਪਰਿਆ ਉਹਦੀ ਵੀ ਖਬਰ ਆਈ ਹੈ। ਉੱਥੇ SIT ਬਣੀ ਹੈ, ਉਹਨੇ ਖੁਲਾਸਾ ਕੀਤਾ ਕਿ ਧਾਰਮਿਕ ਸਥਾਨ ਤੋਂ ਇਹ ਅਫਵਾਹ ਫੈਲਾਈ ਗਈ ਸੀ। ਕਹਿਣ ਦਾ ਭਾਵ ਜਿਹੜਾ ਗੈਰ ਹਿੰਦੂ ਧਾਰਮਿਕ ਸਥਾਨ ਜਿਹੜਾ ਉੱਥੇ ਬਣ ਚੁੱਕਾ, ਉੱਥੋਂ ਅਫਵਾਹ ਫੈਲਾਈ ਗਈ ਸੀ ਕਿ ਯਾਤਰਾ ਵਿੱਚ ਜਿਹੜੇ ਲੋਕ ਨੇ ਸ਼ਾਮਲ ਆਏ ਨੇ ਉਹ ਇੱਕ ਸਾਡੇ ਮਤਲਬ ਭਾਈਚਾਰੇ ਦੀਆਂ ਦੁਕਾਨਾਂ ਲੁੱਟ ਰਹੇ ਨੇ। ਪਹਿਲਾਂ ਇਹ ਝੂਠੀ ਅਫਵਾਹ ਫੈਲਾਈ ਗਈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਉੱਤੇ ਜਿਹੜਾ ਪਥਰਾਅ ਕੀਤਾ ਗਿਆ। ਹਾਂਜੀ ਮੰਜੂ ਸਾਹਿਬ, ਆਵਾਜ਼ ਆ ਗਈ? ਆਵਾਜ਼ ਆ ਰਹੀ ਮੰਜੂ ਸਾਹਿਬ? ਤੁਹਾਡੀ ਆਵਾਜ਼ ਨਹੀਂ ਆ ਪਾ ਰਹੀ। ਸੋ ਗੱਲ ਕਰਦੇ ਜਦ ਤੱਕ ਮੰਜਲ ਸਾਹਿਬ ਆਉਂਦੇ ਨੇ ਉਦੋਂ ਤੱਕ ਖਬਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਸ ਤਰ੍ਹਾਂ ਦੀ ਅਗਰ ਅਫਵਾਹ ਪਹਿਲਾਂ ਇੱਕ ਖਾਸ ਫਿਰਕੇ ਦੇ ਧਾਰਮਿਕ ਸਥਾਨ ਤੋਂ ਫੈਲਾਈ ਜਾਂਦੀ ਹੈ, ਉਹ ਕਿਉਂ ਫੈਲਾਈ ਜਾਂਦੀ ਹੈ, ਉਹਨਾਂ ਦਾ ਮਕਸਦ ਕੀ ਹੈ? ਜਿੱਥੇ ਬਹੁ ਗਿਣਤੀ ਜਿਹੜਾ ਮੁਸਲਿਮ ਭਾਈਚਾਰਾ ਜਿਹੜਾ ਨੂਹ ਦੇ ਵਿੱਚ ਜਿਹੜੇ ਉਹਦੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿੰਦਾ, ਉੱਥੇ ਯਾਤਰਾ ਉੱਤੇ ਪਥਰਾਅ ਕਰਾਉਣ ਦੀ ਜਿਹੜੀ ਯੋਜਨਾ, ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਸੀ? ਇਹ ਜਿਹੜੀ ਗੱਲ ਆ ਇਹ ਬੜੀ ਜਿਹੜੀ ਆ ਗਹਿਰੀ ਜਿਹੜੀ ਆ ਵਿਚਾਰ ਦੀ ਮੰਗ ਕਰਦੀ ਹੈ। ਮੰਜਲ ਸਾਹਿਬ, ਗੁਸਤਾਖੀ ਦੀ ਮਾਫੀ ਜੀ, ਨੈਟਵਰਕ ਪ੍ਰੋਬਲਮ ਹੋ ਗਈ ਸੀ ਜੀ। ਮੰਜਲ ਸਾਹਿਬ, ਇਹ ਦੋਵਾਂ ਘਟਨਾਵਾਂ ਇੱਕੋ ਜਿਹੀਆਂ ਜਾਪਦੀਆਂ ਨੇ। ਇਹ ਤਾਂ ਜਿਹੜੀਆਂ ਇਹ ਰਾਜਨੀਤੀ ਤੋਂ ਪ੍ਰੇਰਿਤ ਲੱਗਦੀਆਂ ਨੇ, ਇਹਦੇ ਪਿੱਛੇ ਸਾਜ਼ਿਸ਼ ਰਾਜਨੀਤਿਕ ਲੱਗਦੀ ਹੈ। ਪਰ ਨਾਲ ਦੇ ਵਾਲੇ ਗੱਲ ਦਾ ਹੋਰ ਜਵਾਬ ਮੈਨੂੰ ਦਿੰਦੇ ਜਾਇਓ। ਪਾਕਿਸਤਾਨ ਤੋਂ ਖਬਰ ਆਈ ਹੈ, ਆਪਾਂ ਕਹਿੰਦੇ ਆ ਕਦੇ ਪਹਿਲਾਂ ਜੀ ਇਸਲਾਮ ਆਇਆ ਸੀ, ਇਸਲਾਮ ਵਾਲਿਆਂ ਨੇ ਸਾਨੂੰ ਕਨਵਰਟ ਕੀਤਾ, ਸਾਡੇ ਲੋਕ ਸ਼ਰੀਫ ਨੇ, ਭੋਲੇ ਭਾਲੇ ਨੇ, ਸਾਰਿਆਂ ਨੂੰ ਬਰਾਬਰ ਮੰਨਦੇ ਨੇ। ਸਾਡਾ ਜਿਹਨੂੰ ਤੁਸੀਂ ਸਨਾਤਨ ਕਹਿੰਦੇ ਉਹਦਾ ਸ਼ਾਇਦ ਅਰਥ ਇਹ ਹੈ ਕਿ ਜਿਹੜਾ ਇੱਕ ਸੱਚਮੁੱਚ ਇੱਕ ਪਰਮਾਤਮਾ ਨੂੰ ਜਿਹੜਾ ਮੰਨਣ ਵਾਲਾ, ਜਿਹੜਾ ਇੱਕ ਇਸ ਕੁਦਰਤ ਦੇ ਬਲਿਹਾਰ ਜਾਣ ਵਾਲਾ, ਜਿਹੜਾ ਉਹਦੇ ਹਰ ਰੂਪ ਨੂੰ ਸਵੀਕਾਰਨ ਵਾਲਾ, ਉਹਨੂੰ ਅਸੀਂ ਸਨਾਤਨੀ ਕਿਹਾ। ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ 'ਚ ਲਿਖਦੇ ਇੱਕ ਓਂਕਾਰ ਸਤਨਾਮ, ਜਿਹੜਾ ਉਹਦਾ ਮਤਲਬ ਹੀ ਸਨਾਤਨ ਹੈ, ਸਦਾ ਸੱਚ ਦੀ ਜਿਹੜੀ ਚੀਜ਼ ਹੈ, ਜਿਹੜੀ ਸਦਾ ਸੱਚ ਹੈ ਇਸ ਬ੍ਰਹਿਮੰਡ ਦਾ, ਉਹਦੀ ਗੱਲ ਕੀਤੀ ਹੈ। ਪਰ ਦੂਜੇ ਪਾਸੇ ਜਿਹੜੇ ਕਹਿੰਦੇ ਅਸੀਂ ਵੀ ਇੱਕ ਨੂੰ ਹੀ ਮੰਨਦੇ ਹਾਂ, ਇੱਕ ਦੇ ਨਾਂ ਤੇ ਪੈਗੰਬਰਾਂ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਲੈ ਕੇ ਇੱਥੇ ਜਿਹੜੀ ਆ ਆਪੋ ਆਪਣਾ ਦਾਅਵਾ ਕੀਤਾ ਜਾਂਦਾ, ਲੋਕਾਂ ਨੂੰ ਕਨਵਰਟ ਅੱਜ ਵੀ ਕੀਤਾ ਜਾਂਦਾ। ਜੇ ਪਹਿਲਾਂ ਇਸਲਾਮ ਦੇ ਰਾਹੀਂ ਕਨਵਰਟ ਕੀਤਾ ਜਾ ਰਿਹਾ ਸੀ, ਅੱਜ ਈਸਾਈਅਤ ਰਾਹੀਂ ਵੀ ਕਨਵਰਟ ਉਹੀ ਕੀਤਾ ਜਾ ਰਿਹਾ। ਦੋਵੇਂ ਆਪੋ ਆਪਣੇ ਵੱਲ ਨੂੰ ਖਿੱਚਦੇ ਨੇ, ਪਰ ਇਹਨਾਂ ਦੋਨਾਂ ਦਾ ਆਪਸ ਵਿੱਚ ਵੀ ਜਿਹੜਾ ਤਾਲਮੇਲ ਹੈ, ਜਿਹੜਾ ਇਹਨਾਂ ਦਾ ਵਿਸ਼ਵਾਸ ਹੈ, ਉਹ ਕਿਹੋ ਜਿਹਾ ਆ ਇਹ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹੋਵੋਗੇ। ਇਹਨਾਂ ਦਾ ਪੁਰਾਣਾ ਪਿਛੋਕੜ ਕੀ ਹੈ। ਪਰ ਹਾਲ ਦੀਆਂ ਘਟਨਾਵਾਂ ਨੇ ਪਾਕਿਸਤਾਨ 'ਚ,
ਉੱਥੇ ਕਹਿੰਦੇ ਚਰਚ ਨੂੰ ਨਿਸ਼ਾਨਾ ਬਣਾਉਣ ਵਾਸਤੇ ਜਿਹੜਾ ਐਲਾਨ ਹੈ ਮਸਜਿਦ ਤੋਂ ਕੀਤਾ ਗਿਆ ਸੀ। ਜਿੱਥੇ ਮਸਜਿਦ ਤੋਂ ਇੱਥੇ ਦਾ ਸ਼ਬਦ ਗੋਲ-ਮੋਲ ਕਰ ਜਾਂਦੀਆਂ ਨੇ ਅਖਬਾਰਾਂ, ਤੇ ਇੱਥੇ ਵੀ ਮਸਜਿਦ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਹੁੰਦੀ ਹੈ, ਹਿੰਦੂਆਂ ਦੇ ਖਿਲਾਫ ਦੱਸਿਆ ਜਾਂਦਾ ਕਿ ਲਓ ਜੀ ਅਫਵਾਹ ਫੈਲਾਈ ਜਾਂਦੀ ਆ। ਤੇ ਉੱਥੇ ਪਾਕਿਸਤਾਨ ਦੇ ਵਿੱਚ ਤਾਂ ਰਾਜ ਹੀ ਇਹਨਾਂ ਦਾ ਆ, ਤੇ ਉੱਥੇ ਕਹਿੰਦੇ ਜੇ ਚਰਚ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਤੇ ਚਰਚ ਵਾਲੇ ਜਿਹੜੇ ਆ ਪਾਕਿਸਤਾਨ ਬਾਰੇ ਤਾਂ ਰੌਲਾ ਪਾਉਂਦੇ ਨਜ਼ਰ ਨਹੀਂ ਆਏ, ਪਰ ਸਾਡੇ ਜਿਹੜੀ ਇੱਥੇ ਘਟਨਾਵਾਂ ਨੇ ਮਣੀਪੁਰ ਦੀਆਂ, ਉਹਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਚਰਚ ਆ, ਉਹਦੀ ਭੂਮਿਕਾ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਪਿੱਛੇ ਜਿਹੜੀ ਆ ਬੜੀ ਸਰਗਰਮ ਭੂਮਿਕਾ ਜ਼ਰੂਰ ਨਜ਼ਰ ਆਈ ਸੀ। ਕਿਵੇਂ ਦੇਖਦੇ ਹੋ, ਗੱਲ ਕੀ ਹੈ ਇਹਨਾਂ ਦੀ ਆਪਸ ਵਿੱਚ ਵੀ ਕਿਉਂ ਨਹੀਂ ਬਣਦੀ? ਸੰਧੂ ਸਾਹਿਬ, ਮੈਂ ਇੱਕ ਤਰਾਸਦੀ ਦੀ ਗੱਲ ਕਵਾਂਗਾ। ਚਲੋ ਪਾਕਿਸਤਾਨ ਦੀ ਘਟਨਾ ਦੇਖੋ, ਮੈਂ ਇੱਕ ਚੀਜ਼ ਬੇਨਤੀ ਕਰਾਂ, ਕਿਸੇ ਵੀ ਚੀਜ਼ ਦਾ ਧਾਰਮਿਕ ਮੁੱਦੇ ਨੂੰ ਲੈ ਕੇ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਉਹ ਕਦੇ ਵੀ ਚੰਗਾ ਨਹੀਂ ਹੁੰਦਾ। ਪਰ ਮੈਂ ਹੈਰਾਨ ਆ ਕਿ ਥੋੜੇ ਦਿਨ ਪਹਿਲਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਔਰ ਉੱਥੇ ਮਣੀਪੁਰ ਦੀ ਈਸਾਈਅਤ ਦੇ ਜਿਹੜੀ ਉੱਥੇ ਕੂਕੀ ਭਾਈਚਾਰੇ ਨਾਲ ਅਨਿਆਏ ਹੋਇਆ, ਉਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਬੰਦ ਦਾ, ਔਰ ਉਹਨੂੰ ਸਫਲਤਾਪੂਰਵਕ ਬੰਦ ਕੀਤਾ ਗਿਆ। ਬੜੇ ਵੱਡੇ ਲੈਵਲ ਤੇ ਗੁੰਡਾਗਰਦੀ ਦਾ ਪ੍ਰਦਰਸ਼ਨ ਕੀਤਾ ਗਿਆ। ਮੈਨੂੰ ਸਮਝ ਨਹੀਂ ਲੱਗਦੀ ਸਾਡੇ ਸਮਾਜ ਦੀ ਅਸੀਂ ਕਿੱਧਰ ਨੂੰ ਚੱਲ ਪਏ ਆ। ਔਰ ਰੱਬ ਦਾ ਵਾਸਤਾ ਅਸੀਂ ਆਪਣੀ ਜੜ ਜੁੜੀਏ, ਆਪਣੇ ਪੁਰਾਤਨ ਵਿਰਸੇ ਨਾਲ ਜੁੜੀਏ। ਸਾਡਾ ਵਿਰਸਾ ਕੀ ਸੀਗਾ? ਸਾਡੇ ਪਿਤਾ ਪੁਰਖੇ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਉਹ ਕਿਸ ਚੀਜ਼ ਨਾਲ ਜੁੜੇ ਹੋਏ ਸੀਗੇ? ਪਰ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਉਹ ਪਤਾ ਨਹੀਂ ਕਿੰਨਾ ਚੀਜ਼ਾਂ 'ਚ ਗੁਆਚਦੀ ਜਾ ਰਹੀ ਆ। ਫੈਸਿਲਿਟਾਈਜ਼ ਕਰ ਦਿੰਦੇ ਨੇ, ਤੁਹਾਨੂੰ ਸ਼ਰਾਬਾਂ ਦੀ ਇਜਾਜ਼ਤ ਦੇ ਦਿੰਦੇ ਨੇ, ਨੌਨ ਵੈਜ ਦੀ ਇਜਾਜ਼ਤ ਦੇ ਦਿੰਦੇ ਨੇ, ਹਰ ਤਰ੍ਹਾਂ ਦੇ ਪੁੱਠੇ ਸਿੱਧੇ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੇ ਨੇ, ਤੇ ਅਸੀਂ ਉਸ ਧਰਮ ਨੂੰ ਵਧੀਆ ਮੰਨ ਕੇ ਤੇ ਉਹਦੇ ਵੱਲ ਵਧਣਾ ਸ਼ੁਰੂ ਹੋ ਜਾਂਦੇ ਆ। ਇਹ ਸਾਨੂੰ ਵਿਨਾਸ਼ ਕਾਲੇ ਵਾਲੇ ਪਾਸੇ ਲੈ ਕੇ ਜਾ ਰਹੀ ਆ। ਕਿਉਂਕਿ ਸਾਡੇ ਪੁਰਖਾਂ ਦੀ ਬਾਣੀ ਸੀ ਕਿ ਵੀ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਆਪਣੀ ਬੁੱਧੀ ਨੂੰ ਭ੍ਰਸ਼ਟ ਹੋਣ ਤੋਂ ਬਚਾਈਏ। ਮੇਰੇ ਵੀਰੋ, ਇਹ ਈਸਾਈਅਤ ਜਿਹੜੀ ਆ ਇਹ ਸਾਡੇ ਦੇਸ਼ ਦਾ ਕਲਚਰ ਨਹੀਂ ਹੈਗੀ। ਹਰ ਜਗ੍ਹਾ ਦਾ ਇੱਕ ਮਾਹੌਲ ਹੁੰਦਾ, ਇੱਕ ਐਟਮੋਸਫੇਅਰ ਹੁੰਦਾ ਵਾ। ਇਹ ਸਾਡੇ ਦੇਸ਼ ਵਾਸਤੇ ਇਹ ਸੂਟੇਬਲ ਚੀਜ਼ ਨਹੀਂ ਹੈਗੀ। ਇਹ ਸਾਡਾ ਬੇੜਾ ਗਰਕ ਕਰ ਦੇਗੀ। ਔਰ ਸਾਡੇ ਨੌਜਵਾਨਾਂ ਨੂੰ, ਸਾਡੀ ਪੀੜ੍ਹੀ ਨੂੰ ਸਭ ਤੋਂ ਵੱਡੇ ਦੋਸ਼ੀ ਸਾਡੇ ਧਾਰਮਿਕ ਆਗੂ ਨੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ। ਸਰਕਾਰਾਂ ਵੀ ਜ਼ਿੰਮੇਵਾਰ ਨੇ, ਉਹਨਾਂ ਨੇ ਇਹਨਾਂ ਨੂੰ ਬੜਾਵਾ ਦੇਣ ਦਾ ਉਪਰਾਲਾ ਕੀਤਾ, ਤੇ ਉਸ ਤੋਂ ਵੱਧ ਸਾਡੇ ਆਗੂ ਜ਼ਿੰਮੇਵਾਰ ਨੇ। ਜਦੋਂ ਸਾਡੇ ਗਰੀਬ ਗੁਰਬਿਆਂ ਦੀ ਬਾਂਹ ਫੜਨ ਦੀ ਗੱਲ ਆਉਂਦੀ ਆ, ਤੇ ਇਹ ਲੋਕ ਲੈਣ ਵਾਸਤੇ ਤੇ ਬਹੁਤ ਸਿੱਧੇ ਨੇ, ਤੇ ਕਿਸੇ ਦੀ ਮਦਦ ਕਰਨ ਵਾਸਤੇ ਇਹ ਸਿੱਧੇ ਨਹੀਂ ਹੁੰਦੇ। ਅੱਜ ਕ੍ਰਿਸਚੀਅਨ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਏ ਜਾਂਦੇ ਨੇ, ਉੱਥੇ ਇੱਕ ਬੜਾ ਵਧੀਆ ਫਾਰਮੂਲਾ ਦਿੰਦੇ ਸੰਧੂ ਸਾਹਿਬ। ਉਹ ਕਹਿੰਦੇ ਜੇ ਆਪਣੇ ਬੱਚੇ ਨੂੰ ਕ੍ਰਿਸਚੀਅਨਿਟੀ ਕਨਵਰਟ ਕਰਵਾ ਦਿਓ, ਅਸੀਂ ਇਹਦੀ ਪੜ੍ਹਾਈ ਫ੍ਰੀ ਕਰ ਦਿਆਂਗੇ। ਕਨਵਰਟ ਸਕੂਲਾਂ ਜੋ ਪੜ੍ਹਾ ਰਹੇ ਨੇ ਉਹ ਇਸ ਤਰੀਕੇ ਨਾਲ ਤੁਹਾਡੇ ਘਰਾਂ 'ਚ ਮਾਰ ਕਰ ਰਹੇ ਨੇ। ਪਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਸਨਾਤਨ ਸੰਸਥਾਵਾਂ ਨੇ ਜਾਂ ਸਿੱਖ ਸੰਸਥਾਵਾਂ ਨੇ, ਉਹ ਇਹੋ ਜਿਹੇ ਉਪਰਾਲੇ ਨਹੀਂ ਕਰ ਪਾਉਂਦੀਆਂ। ਉਹ ਅਸੀਂ ਆਪਣੇ ਆਪ ਬਚਾ ਲਈਏ, ਉਹ ਬੜੀ ਵੱਡੀ ਗੱਲ ਆ। ਸਾਡੇ ਅੱਜ ਸੰਸਥਾਵਾਂ ਦੇ ਵੱਡੇ ਵੱਡੇ ਸਕੂਲ ਨੇ, ਉਹਦੇ 'ਚ ਇੱਕ ਨਾਰਮਲ ਪਰਿਵਾਰ ਦਾ ਵਿਅਕਤੀ ਆਪਣਾ ਬੱਚਾ ਪੜ੍ਹਾਉਣ ਦੀ ਸ਼ਮਤਾ ਨਹੀਂ ਰੱਖਦਾ। ਇੰਨੀਆਂ ਵੱਧ ਫੀਸਾਂ ਰੱਖੀਆਂ ਹੋਈਆਂ ਉਹਨਾਂ ਨੇ। ਤੇ ਮੇਰਾ ਇਹ ਮੰਨਣਾ ਵਾ ਕਿ ਇਹ ਸਾਡੇ ਆਗੂਆਂ ਦੀਆਂ ਕਮੀਆਂ ਨੇ। ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਸਾਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਵਾ ਵੀ ਜਿਹੜੇ ਸਾਡੇ ਆਗੂ ਨੇ, ਜਿਹੜੇ ਇਹੋ ਜਿਹੇ ਲੋਕ ਸਾਡੇ ਕੌਮ ਦੀ ਜਾਂ ਸਾਡੇ ਧਰਮ ਦੀ ਅਗਵਾਈ ਕਰਦੇ ਨੇ, ਸਾਨੂੰ ਪਹਿਲਾਂ ਉਹਨਾਂ ਤੋਂ ਛੁਟਕਾਰਾ ਪਾ ਕੇ ਉਹੋ ਜਿਹੇ ਲੋਕ ਅੱਗੇ ਲਿਆਉਣੇ ਚਾਹੀਦੇ ਨੇ ਜਿਹੜੇ ਗਰੀਬ ਗੁਰਬੇ ਦਾ ਭਲਾ ਕਰਨ ਦੀ ਯਥਾ ਸ਼ਕਤੀ ਰੱਖਦੇ ਹੋਣ, ਸੋਚ ਰੱਖਦੇ ਹੋਣ। ਸਾਡੇ ਸਮਾਜ ਨੂੰ ਇੱਕ ਗਰੀਬੀ ਤੇ ਅਮੀਰੀ ਦੀ ਰੇਖਾ ਜੋ ਵੰਡਣ ਦਾ ਕੰਮ ਹੋ ਰਿਹਾ, ਔਰ ਉਹ ਕੰਮ ਸਾਡੇ ਆਗੂ ਕਰ ਰਹੇ ਨੇ। ਔਰ ਇਹ ਸਾਡੇ ਵਾਸਤੇ ਤਰਾਸਦੀ ਹੈ। ਜਿਹੜਾ ਵੀ ਸਾਡਾ ਪਛੜਿਆ ਜਾਂ ਗਰੀਬ ਵਰਗ ਆ, ਉਹ ਕਨਵਰਟ ਹੋ ਕੇ ਈਸਾਈਅਤ ਵੱਲ ਜਾ ਰਿਹਾ ਵਾ। ਇਹ ਬਹੁਤ ਵੱਡਾ ਕੰਮ ਇਹਦੇ ਤੇ ਹੋਣ ਵਾਲਾ ਸੰਧੂ ਸਾਹਿਬ ਚਿੰਤਾ ਦਾ ਵਿਸ਼ੇ ਆ। ਸਾਡੇ ਬਹੁਤ ਸਾਰੇ ਆਗੂ ਨੇ, ਸਾਡੇ ਮਾਨनीय ਸ਼੍ਰੀ ਰਾਮ ਗੋਪਾਲ ਜੀ ਨੇ, ਉਹਨਾਂ ਨੇ ਬਹੁਤ ਕੰਮ ਕੀਤਾ ਇਸ ਕੰਮ ਵਾਸਤੇ, ਈਸਾਈਅਤ ਦੇ ਖਿਲਾਫ ਔਰ ਆਪਣੇ ਧਰਮ ਨਾਲ ਜੁੜਨ ਵਾਸਤੇ। ਉਹਨਾਂ ਨੇ ਕਈ ਉਪਰਾਲੇ ਕੀਤੇ, ਵੱਖ-ਵੱਖ ਕਈ ਤਰ੍ਹਾਂ ਦੇ। ਮੈਂ ਇੱਕ ਨਾਮ ਲੈ ਲਿਆ। ਚਲੋ ਇਸ ਤਰ੍ਹਾਂ ਬਹੁਤ ਸਾਰੇ ਆਗੂ ਨੇ ਜਿਹੜੇ ਇਹਦੇ ਤੇ ਕੰਮ ਵੀ ਕਰ ਰਹੇ ਨੇ, ਬਟ ਸਾਨੂੰ ਉਹਦੇ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਸਾਨੂੰ ਹਰ ਬੰਦੇ ਨੂੰ ਇਹਦੇ ਤੇ ਆਗੂ ਬਣ ਕੇ ਅੱਗੇ ਲੱਗ ਕੇ ਇਹ ਕੰਮ ਕਰਨਾ ਚਾਹੀਦਾ। ਜਿਹੜੇ ਕਨਵਰਟ ਹੋ ਚੁੱਕੇ ਨੇ ਉਹਨਾਂ ਦੀਆਂ ਵਾਪਸੀਆਂ ਕਰਵਾਉਣੀਆਂ ਚਾਹੀਦੀਆਂ ਆਪਣੇ ਧਰਮ ਦੇ ਵਿੱਚ। ਔਰ ਦੂਸਰਾ ਗੱਲ, ਇਹਨਾਂ ਨੂੰ ਹੱਥ ਜੋੜ ਦੇਣੇ ਚਾਹੀਦੇ। ਮੈਂ ਥੋੜੇ ਦਿਨ ਪਹਿਲਾਂ ਵੀਡੀਓ ਦੇਖ ਰਿਹਾ ਸੰਧੂ ਸਾਹਿਬ, ਪਿੰਡ-ਪਿੰਡ ਜਾ ਰਹੇ ਨੇ ਈਸਾਈਅਤ ਦਾ ਪ੍ਰਚਾਰ ਕਰਨ ਵਾਸਤੇ। ਉਹ ਯਾਰ, ਸਾਡੇ ਨਾਲ ਇਹਨਾਂ ਚੀਜ਼ਾਂ ਦਾ ਕੋਈ ਸਰੋਕਾਰ ਹੀ ਨਹੀਂ ਹੈਗਾ, ਕੋਈ ਲੈਣਾ ਨਹੀਂ ਦੇਣਾ ਨਹੀਂ। ਪਤਾ ਨਹੀਂ ਕਿੱਥੋਂ ਇਹ ਆ ਗਏ ਨੇ ਤੇ ਏਡੀ ਤੇਜ਼ੀ ਨਾਲ, ਔਰ ਬਹੁਤ ਵੱਡੇ ਲੈਵਲ ਤੇ ਫੰਡਿੰਗ ਹੋ ਰਹੀ ਹੈ। ਉਹ ਫੰਡ ਕਿੱਥੋਂ ਆ ਰਹੇ ਨੇ, ਤੈਅ ਤੱਕ ਜਾਣ ਦੀ ਜ਼ਰੂਰਤ ਹੈ ਸੰਧੂ ਸਾਹਿਬ। ਚਿੰਤਾ ਦਾ ਵਿਸ਼ੇ ਹੈ। ਜੀ ਜੀ ਬਿਲਕੁਲ ਜੀ। ਜੀ ਮਹਿੰਦਰੋ ਜੀ ਸਾਡੇ ਨਾਲ ਜੁੜ ਗਏ ਨੇ। ਮਹਿੰਦਰੋ ਜੀ ਮਾਫੀ ਚਾਹੂੰਗਾ ਤੁਹਾਡੇ ਦਰਸ਼ਕਾਂ ਤੋਂ ਵੀ, ਕਿਸੇ ਕਾਰਨ ਅੱਜ ਮੈਂ ਲੇਟ ਹੋ ਗਿਆ, ਮੈਂ ਮਾਫੀ ਚਾਹੂੰਗਾ ਜੀ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਮਹਿੰਦਰੋ ਜੀ ਤੁਸੀਂ ਪਹੁੰਚ ਗਏ ਆ ਤੇ ਹੁਣ ਤੁਹਾਡਾ ਸਵਾਗਤ ਹੈ। ਤੇ ਇਸ ਤਰ੍ਹਾਂ ਜੀ ਕਿ ਆਪਾਂ ਹੁਣ ਤਾਂ ਗੱਲ ਕਰ ਰਹੇ ਸੀ ਕਿ ਜੋ ਮਣੀਪੁਰ ਵਿੱਚ ਘਟਨਾਵਾਂ ਵਾਪਰੀਆਂ ਨੇ, ਮਣੀਪੁਰ ਦੇ ਵਿੱਚ ਤਾਂ ਖਬਰ ਇਹ ਵੀ ਆ ਗਈ ਕਿ ਉੱਥੇ ਜਿਹੜੇ ਹਥਿਆਰ ਲੁੱਟੇ ਹੋਏ ਨੇ
ਹੋਰ ਸਾਰੇ ਕੰਮ ਪੁੱਠੇ ਸਿੱਧੇ ਕੀਤੇ ਹੋਏ ਨੇ। ਉਹਨਾਂ ਦੀ ਆੜ ਬੱਚਿਆਂ ਨੂੰ ਵੀ ਹੁਣ ਤਾਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਨੂੰਹ ਦੀ ਗੱਲ ਆਈ, ਨੂੰਹ ਹਿੰਸਾ ਦੇ ਵਿੱਚ ਵੀ ਕਹਿੰਦੇ ਇੱਕ ਧਾਰਮਿਕ ਸਥਾਨ ਤੋਂ ਪਹਿਲਾਂ ਉਹ ਜਿਹੜੀ ਯਾਤਰਾ ਨਿਕਲ ਸੀ ਉਹਦੇ ਖਿਲਾਫ ਇੱਕ ਗਲਤ ਤਰੀਕੇ ਦਾ ਪ੍ਰਚਾਰ ਕੀਤਾ ਗਿਆ ਸੀ, ਅਫਵਾਹ ਫੈਲਾਈ ਗਈ ਸੀ ਕਿ ਲਓ ਜੀ ਉਹ ਤਾਂ ਦੁਕਾਨਾਂ ਨੂੰ ਲੁੱਟਦੇ ਆ ਰਹੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ। ਤੇ ਨਾਲ ਦੀ ਨਾਲ ਜੰਮੂ ਕਸ਼ਮੀਰ ਦੇ ਜਿਹੜੇ ਪ੍ਰੋਮਿਨੈਂਟ ਲੀਡਰ ਨੇ ਗੁਲਾਮ ਨਬੀ ਆਜ਼ਾਦ ਸਾਹਿਬ ਦਾ ਵੀ ਬਿਆਨ ਜਿਹੜਾ ਕਨਵਰਸ਼ਨ ਤੇ ਆਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਬਿਮਾਰੀ ਆ, ਸਮੱਸਿਆ ਆ, ਇਹ 600 ਸਾਲ ਤੋਂ ਸ਼ੁਰੂ ਹੋਈ ਹੈ। ਜਿਸ ਵਕਤ ਜਿਹੜਾ ਕਹਿੰਦੇ ਇਸਲਾਮ ਆਏ ਮੁਗਲਾਂ ਦੇ ਨਾਲ ਤੇ ਉਹਨਾਂ ਨੇ ਆ ਕੇ ਕਨਵਰਟ ਕੀਤਾ ਸਾਰਿਆਂ ਨੂੰ। ਤੇ ਨਾਲ ਦੀ ਨਾਲ ਉਹ ਇਹ ਵੀ ਦੱਸਦੇ ਨੇ ਕਿ ਇਸ ਤੋਂ ਪਹਿਲਾਂ ਅਸੀਂ ਸਾਰੇ ਹਿੰਦੂ ਸੀਗੇ। ਇਸ ਤਰ੍ਹਾਂ ਦੀਆਂ ਗੱਲਾਂ ਗੁਲਾਮ ਨਬੀ ਆਜ਼ਾਦ ਵਰਗੇ ਜਿਹੜੇ ਪੁਰਾਣੇ ਧਾਕੜ ਜਿਹੜੇ ਲੀਡਰ ਨੇ ਉਹ ਕਰਦੇ ਨਜ਼ਰ ਆਏ ਨੇ। ਕਿਤੇ ਨਾ ਕਿਤੇ ਇਸ ਤੋਂ ਇਹੀ ਲੱਗਦਾ ਕਿ ਜਿਹੜੀ ਗਲਤੀਆਂ ਸਾਡੇ ਬਜ਼ੁਰਗਾਂ ਕੋਲੋਂ ਹੋਈਆਂ, ਜਿਹੜੀਆਂ ਕਮਜ਼ੋਰੀਆਂ ਸਾਡੇ ਬਜ਼ੁਰਗਾਂ ਨੇ ਕਿਤੇ ਦਿਖਾਈਆਂ ਤੇ ਜਿਹੜੇ ਕਨਵਰਟ ਹੋ ਗਏ ਅੱਜ ਉਹੀ ਸਾਡੇ ਲਈ ਸਮੱਸਿਆ ਦਾ ਕਾਰਨ ਬਣੇ ਹੋਏ ਆ। ਤੇ ਏਦਾਂ ਦੀ ਸਮੱਸਿਆ ਜਿਹੜੀ ਆ ਉਹ ਵੀ ਮਨੀਪੁਰ ਦੇ ਵਿੱਚ ਵੀ ਇਹੀ ਚੀਜ਼ ਸਾਹਮਣੇ ਜਿਹੜੀ ਆ ਰਹੀ ਹੈ। ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਸੰਧੂ ਸਾਹਿਬ, ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਚਰਚਾ ਕੀਤੀ ਸੀ ਮਨੀਪੁਰ ਦੇ ਵਾਕਿਆ ਦੇ ਉੱਤੇ ਕਿ ਮਨੀਪੁਰ ਦਾ ਜਿਹੜਾ ਵਾਕਿਆ ਸੀ ਉਹ ਇੱਕ ਵਾਕਿਆ ਨਾ ਹੋ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹ ਸਾਰਾ ਕੰਮ ਕੀਤਾ ਗਿਆ। ਕਿਉਂਕਿ ਲੰਬੇ ਸਮੇਂ ਤੋਂ ਉਹਦੇ ਵਿੱਚ ਜਿਹੜੇ ਕਨਵਰਟ ਹੋਏ ਲੋਕ ਈਸਾਈ ਧਰਮ ਨੂੰ ਜੁਆਇਨ ਕਰ ਚੁੱਕੇ ਨੇ, ਉਹਨਾਂ ਲੋਕਾਂ ਨੂੰ ਪਹਿਲਾਂ ਇਹਨਾਂ ਲੋਕਾਂ ਨੇ ਹੀ ਲਿਆਂਦਾ ਸੀ ਜਿਹੜੇ ਉੱਥੇ ਦੇ ਮੈਤਰੀ ਭਾਈਚਾਰੇ ਦੇ ਲੋਕ ਨੇ। ਉਸ ਤੋਂ ਬਾਅਦ ਉਹ ਜਦੋਂ ਕਨਵਰਟ ਹੋ ਗਏ ਤਾਂ ਹੁਣ ਉਹਨਾਂ ਦੀ ਤਾਕਤ ਜਿਹੜੀ ਆ ਉਹ ਵੱਡੀ ਹੋਣ ਕਰਕੇ ਉਹ ਹੁਣ ਜਿਹੜਾ ਹੈ ਦੂਸਰਿਆਂ ਨੂੰ ਦਬਾਉਣਾ ਚਾਹੁੰਦੇ ਆ। ਤੇ ਨੈਚੁਰਲੀ ਗੱਲ ਹੈ, ਜਿਹੜਾ ਬੰਦਾ ਨੇ ਕਿਸੇ ਨੂੰ ਡਿਵੈਲਪ ਕੀਤਾ ਹੋਵੇ ਤੇ ਅਗਰ ਉਹਨੂੰ ਉਹੀ ਲੋਕ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦਾ ਗੁੱਸਾ ਵੀ ਸੁਭਾਵਿਕ ਆ। ਇਸ ਤੋਂ ਇਲਾਵਾ ਮੈਂ ਪਿਛਲੇ ਦਿਨਾਂ 'ਚ ਵੀ ਚਰਚਾ ਕੀਤੀ ਸੀ ਕਿ ਇਹ ਸਿਰਫ ਦੋ ਸਮੁਦਾਇਆਂ ਦੀ ਲੜਾਈ ਨਹੀਂ ਹੈ। ਉਹ ਦੋ ਸਮੁਦਾਇਆਂ ਨੂੰ ਕਿਸੇ ਆਪਣੀ ਇੱਛਾ ਪੂਰਤੀ ਦੇ ਨਾਲ ਵਿਦੇਸ਼ੀ ਤਾਕਤਾਂ ਦਾ ਉਹਦੇ ਵਿੱਚ ਜਿਹੜਾ ਹਸਤਸ਼ੇਪ ਹੈ, ਉਹਦੇ ਵਿੱਚ ਹੈਲਪ ਹੈ। ਕਿਉਂਕਿ ਉੱਥੇ ਸਸਤੇ ਰੇਟਾਂ ਦੇ ਉੱਤੇ 2 ਨੰਬਰ ਦੀਆਂ ਬਾਈਕਸ ਪ੍ਰੋਵਾਈਡ ਕਰਨੀਆਂ ਔਰ ਹਥਿਆਰ ਹਿੱਸਿਆਂ ਦੇ ਵਿੱਚ ਪ੍ਰੋਵਾਈਡ ਕਰਵਾ ਕੇ ਉਹਨਾਂ ਨੂੰ ਅਸੈਂਬਲ ਕਰਨਾ ਤੇ ਫਿਰ ਉੱਥੇ ਸੋਚੀ ਸਮਝੀ ਇੱਕ ਸ਼ਰਾਰਤ ਦੇ ਮੁਤਾਬਿਕ, ਸਾਜ਼ਿਸ਼ ਦੇ ਮੁਤਾਬਿਕ ਦਿੱਲੀ ਦੀ ਫੋਟੋ ਨੂੰ ਵਾਇਰਲ ਕਰਨਾ ਕਿ ਇਹ ਫਲਾਣੇ ਸਮੁਦਾਇ ਦੀ ਔਰਤਾਂ ਦੇ ਨਾਲ ਜਬਰ ਜਨਾਹ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਲਾ ਦਿੱਤਾ ਗਿਆ। ਤੇ ਉਸ ਸਾਜ਼ਿਸ਼ ਨੂੰ ਸੋਚੀ ਸਮਝੀ ਨੂੰ ਪਲੈਨਿੰਗ ਦੇ ਨਾਲ ਪਹਿਲਾਂ ਤੋਂ ਤਿਆਰੀ ਰੱਖੀ ਹੋਈ ਦੇ ਮੁਤਾਬਿਕ ਜਿਹੜਾ ਹੈ ਦੰਗਿਆਂ ਦੇ ਵਿੱਚ ਉਸ ਨੂੰ ਬਦਲ ਦਿੱਤਾ ਗਿਆ। ਇਹ ਮਨੀਪੁਰ ਦੀ ਗੱਲ ਸੀ। ਫਿਰ ਆ ਗਈ ਗੱਲ ਨੂੰ ਜਿਹੜਾ ਇਲਾਕਾ ਆ ਉਸ ਦੇ ਵਿੱਚ ਜਿਹੜਾ ਵਾਕਿਆ ਹੋਇਆ ਉਹ ਵੀ ਉਸੇ ਦੇ ਨਾਲ ਜੁੜੀਆਂ ਹੋਈਆਂ ਕੜੀਆਂ ਨੇ, ਸਾਜ਼ਿਸ਼ ਦੇ ਤਹਿਤ ਕੀਤੀ ਹੋਈ ਉਹ ਵੀ ਜਿਹੜੀ ਹੈ ਲੂਟ ਪਾਟ ਹੈ। ਕਿਉਂਕਿ ਉੱਥੇ ਵੀ ਇੱਕ ਧਾਰਮਿਕ ਸਥਾਨ ਦੇ ਉੱਤੋਂ ਲਾਊਡ ਸਪੀਕਰ ਦੇ ਵਿੱਚ ਮਸਜਿਦ ਦੇ ਵਿੱਚ ਜਿਹੜਾ ਆ ਉਹ ਐਲਾਨ ਕੀਤਾ ਗਿਆ ਕਿ ਬਈ ਕੁਝ ਵਿਸ਼ੇਸ਼ ਸਮੁਦਾਇ ਦੇ ਲੋਕ ਜਿਹੜੇ ਹੈ ਉਹ ਉੱਥੇ ਲੂਟ ਪਾਟ ਕਰ ਰਹੇ ਆ, ਜਦ ਕਿ ਉਹ ਇੱਕ ਸ਼ੋਭਾ ਯਾਤਰਾ ਚੱਲ ਰਹੀ ਸੀ। ਤੇ ਇਸ ਕਰਕੇ ਉਹ ਵੀ ਇੱਕ ਪਲੈਨਿੰਗ ਦਾ ਹਿੱਸਾ ਨਜ਼ਰ ਆਉਂਦਾ ਆ। ਸਾਜ਼ਿਸ਼ ਦੇ ਤਹਿਤ ਇਹ ਵੀ ਜਿਹੜੀ ਆ ਗੱਲ ਕੀਤੀ ਗਈ ਆ। ਤੀਸਰੀ ਗੱਲ ਆ ਗਈ ਜਿਹੜੀ ਗੁਲਾਮ ਨਬੀ ਆਜ਼ਾਦ ਜੀ ਨੇ ਕਹੀ ਹੈ ਕਿ ਬਈ 600 ਸਾਲ ਪਹਿਲਾਂ ਤੋਂ ਇਹ ਜਿਹੜੀ ਕਨਵਰਸ਼ਨ ਹੋਈ ਆ, ਹਿੰਦੂ ਲੋਕ ਸੀ ਪਹਿਲਾਂ ਕਸ਼ਮੀਰ ਦੇ ਵਿੱਚ, ਕਿਉਂਕਿ ਮੁਸਲਿਮ ਜਿਹੜਾ ਹੈ ਉਹ ਤਕਰੀਬਨ ਹਿੰਦੁਸਤਾਨ ਦੇ ਵਿੱਚ 15 ਕੁ ਸਾਲ ਪਹਿਲਾਂ ਜਿਹੜਾ ਆ ਉਹ ਆਇਆ। 6 ਸਾਲ ਤੋਂ ਬਾਅਦ 600 ਸਾਲ ਦੇ ਕਰੀਬ ਇਹਨਾਂ ਨੇ ਆਪਣੇ ਆਪ ਨੂੰ ਲੋਕਾਂ ਨੂੰ ਆਪਣੇ ਵਿੱਚ ਬਦਲ ਕੇ ਲੈ ਕੇ ਆਉਣ ਦੀ ਜਿਹੜੀ ਹੈ ਪ੍ਰਕਿਰਿਆ ਕੀਤੀ। ਉਸ ਨੂੰ ਜ਼ਾਹਿਰ ਕੀਤਾ ਹੈ ਕੱਲ ਗੁਲਾਮ ਨਬੀ ਆਜ਼ਾਦ ਜੀ ਨੇ, ਜਿਹੜਾ ਕਿ ਉੱਥੇ ਟੋਡਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਔਰ ਇੱਕ ਪ੍ਰੋਗਰਾਮ ਹੋਇਆ ਸੀ ਉਸ ਦੇ ਵਿੱਚ। ਕਿਉਂਕਿ ਕਸ਼ਮੀਰ ਤੋਂ ਰਹਿੰਦੀ ਦੁਨੀਆ ਤੋਂ ਵਧਿਆ ਆਬਾਦ ਹੈ ਤੇ ਇਸ ਕਰਕੇ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੇ ਦੱਸਿਆ ਕਿ ਜਿਹੜੇ ਮੁਗਲਾਂ ਦੇ ਵਿੱਚ ਕੋਈ 2-4-10 ਬੰਦੇ ਆਏ ਉਹ ਲੋਕ ਇੱਥੇ ਬਸ ਗਏ। ਫਿਰ ਉਹਨਾਂ ਨੇ ਜਿਹੜਾ ਹੌਲੀ ਹੌਲੀ ਬਾਹਰੋਂ ਲੋਕਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਵੀ ਤੂੰ ਇੱਥੇ ਆ ਜਾ, ਸ਼ਾਂਤੀ ਹੈ, ਇੱਥੇ ਤਰੱਕੀ ਦੇ ਚਾਂਸ ਹੈ। ਤੇ ਉਹ ਜਿਹੜੇ ਆ ਕਨਵਰਸ਼ਨ ਹੋਏ ਲੋਕ ਹੈ। ਤੇ ਇਸ ਕਰਕੇ ਗੁਲਾਮ ਨਬੀ ਆਜ਼ਾਦ ਜੀ ਦਾ ਜੋ ਕਹਿਣਾ ਹੈ ਉਹ ਬਿਲਕੁਲ ਠੀਕ ਹੈ। ਔਰ ਮੈਂ ਸਮਝਦਾ ਕਿ ਹਿੰਦੂ ਜਾਂ ਸਨਾਤਨ ਜਿਹੜੇ ਇਹ ਚੀਜ਼ ਹੈ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ। ਇਹ ਸਮਝ ਕੇ ਲੋਕਾਂ ਨੂੰ ਇਨਸਾਨੀਅਤ ਨੂੰ ਸਮਝਣ ਦੀ ਲੋੜ ਹੈ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਖੁਸ਼ਹਾਲ ਦੇਸ਼ ਬਣਾਉਣ ਦੀ ਲੋੜ ਹੈ। ਅੱਜ ਖੁਸ਼ਹਾਲ ਪਰਿਵਾਰ ਹੋਣਗੇ, ਖੁਸ਼ਹਾਲ ਸਮਾਜ ਹੋਏਗਾ, ਖੁਸ਼ਹਾਲ ਦੇਸ਼ ਹੋਏਗਾ। ਤੇ ਇਸ ਰਾਜਨੀਤੀ ਤੋਂ ਸਿਰਫ ਉਹਨਾਂ ਨੂੰ ਹੀ ਲਾਭ ਮਿਲਣਾ ਜਿਨ੍ਹਾਂ ਨੇ ਰਾਜਨੀਤੀ ਕਰਨੀ ਆ। ਬਾਕੀ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਤਾਂ ਖੁਸ਼ਹਾਲੀ ਚਾਹੀਦੀ ਹੈ, ਸੁੱਖ ਸ਼ਾਂਤੀ ਚਾਹੀਦੀ ਆ, ਕਾਰੋਬਾਰ ਚਾਹੀਦਾ, ਲਾਅ ਐਂਡ ਆਰਡਰ ਵਧੀਆ ਚਾਹੀਦਾ।
ਤੇ ਇਹਨਾਂ ਚੀਜ਼ਾਂ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਸਖਤੀ ਦੇ ਨਾਲ ਪੇਸ਼ ਆਣ, ਤਾਂ ਕਿ ਇਹ ਜਿਹੜੀ ਹੁਣ ਘੁਣ ਲੱਗ ਰਹੀ ਹੈ, ਇਸ ਘੁਣ ਨੂੰ ਜਿੰਨੀ ਜਲਦੀ ਰੋਕ ਲਿਆ ਜਾਏਗਾ ਉਨਾ ਹੀ ਫਾਇਦਾ ਹੋਏਗਾ। ਨਹੀਂ ਤਾਂ ਇਹ ਵਿਰੋਧੀ ਪਾਰਟੀਆਂ ਇੱਕ ਦੂਸਰੇ ਤੋਂ ਸੱਤਾ ਹਥਿਆਉਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਅੱਜ ਜਿਹੜਾ ਆ ਇਸ ਘੁਣ ਨੂੰ ਵਾਧਾ ਦੇ ਰਹੀ ਹੈ, ਤੇ ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਜਿਹੜੀ ਸਟੇਟ ਦੇ ਵਿੱਚ ਜਿਹੜੀ ਵੀ ਸਰਕਾਰ ਹੈ ਔਰ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ, ਉਹਨਾਂ ਨੂੰ ਅੱਜ ਇਸ ਘੁਣ ਨੂੰ ਰੋਕਣ ਦੀ ਲੋੜ ਹੈ। ਜੀ ਕੰਵਰ ਮੰਜ਼ਲ ਜੀ, ਜਾਂਦੇ ਜਾਂਦੇ ਬੀਜੇਪੀ ਸਰਕਾਰ ਦੀ ਗੱਲ ਕਰ ਚੱਲੀ ਹੈ, ਕਿਉਂਕਿ ਹੁਣ ਚੋਣਾਂ ਆਲ ਚੱਲੀਆਂ ਨੇ। ਹੁਣ ਚੋਣਾਂ ਨਾਲ ਸੰਬੰਧਿਤ ਕੋਈ ਨਾ ਕੋਈ ਖੁਲਾਸਾ ਜਿਹੜਾ ਉਹ ਨਜ਼ਰ ਆਉਣਾ ਆ, ਤੇ ਨਾਲ ਦੀ ਨਾਲ ਸਰਕਾਰਾਂ ਦੀ ਜਿਹੜੀ ਕਾਰਵਾਈ ਆ ਉਹ ਵੀ ਸਾਨੂੰ ਨਜ਼ਰ ਆਏਗੀ। ਹੋ ਸਕਦਾ ਕੋਈ ਨਾ ਕੋਈ ਜਿਹੜੀ ਰਾਹਤ ਹੈ ਮਿਲ ਜਾਏ। ਏਦਾਂ ਦੀ ਜਿਹੜੀ ਖਬਰ ਆ, ਇਹ ਬਲੂਮਬਰਗ ਦੀ ਰਿਪੋਰਟ ਜਿਹੜੀ ਆਈ ਹੈ ਉਹ ਦੱਸਦੀ ਹੈ ਕਿ ਦੇਸ਼ ਦੇ ਵਿੱਚ ਮਹਿੰਗਾਈ ਨੂੰ ਰੋਕਣ ਵਾਸਤੇ ਕੇਂਦਰ ਸਰਕਾਰ 1 ਲੱਖ ਕਰੋੜ ਰੁਪਏ ਜਿਹੜੀ ਹੈ ਉਹਦੀ ਯੋਜਨਾ ਲੈ ਕੇ ਆ ਰਹੀ ਹੈ, ਜਿਸ ਚ ਜਿਹੜਾ ਪੈਟਰੋਲ ਹੈ ਉਹਨੂੰ ਵੀ ਸਸਤਾ ਕਰਨ ਦੀ ਤਿਆਰੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪੈਟਰੋਲ ਦੀ ਜਿਹੜੀ ਵਿਕਰੀ ਆ ਉਹਦੇ ਉੱਤੇ ਟੈਕਸ ਘੱਟ ਕਰੂਗਾ। ਇਸ ਤੋਂ ਇਲਾਵਾ ਜਿਹੜੇ ਖੁਰਾਕੀ ਤੇਲ ਆ ਤੇ ਅਨਾਜ ਆ ਉਹਨਾਂ ਦੇ ਉੱਤੇ ਜਿਹੜਾ ਇੰਪੋਰਟ ਦਾ ਜਿਹੜਾ ਸ਼ੁਲਕ ਆ ਉਹਨੂੰ ਵੀ ਜਿਹੜਾ ਉਹ ਘੱਟ ਕਰਨ ਦੀ ਜਿਹੜੀ ਹੈ ਤਿਆਰੀ ਹੈ। ਹੋਰ ਇਸ ਤਰ੍ਹਾਂ ਦੀ ਜਿਹੜੀ ਰਾਹਤ ਆ ਉਹ ਲੋਕਾਂ ਨੂੰ ਮਿਲ ਸਕਦੀ ਹੈ। ਕਿਵੇਂ ਦੇਖਦੇ ਹੋ ਇਸ ਯੋਜਨਾ ਨੂੰ? ਸੰਧੂ ਸਾਹਿਬ, ਮੋਦੀ ਸਰਕਾਰ ਸ਼ੁਰੂ ਤੋਂ ਹੀ ਉਹਨਾਂ ਦੀ ਪ੍ਰਾਥਮਿਕਤਾ ਇਹ ਰਹੀ ਹੈ ਕਿ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਕਿਵੇਂ ਪ੍ਰੋਵਾਈਡ ਕਰਾਈਆਂ ਜਾ ਸਕਦੀਆਂ ਨੇ, ਔਰ ਉਹਦੇ ਤੇ ਉਹ ਕੰਮ ਕਰ ਰਹੇ ਨੇ। ਉਹ ਉਸੇ ਕੜੀ ਦਾ ਇੱਕ ਹਿੱਸਾ ਵਾ। ਇਹ ਕੋਈ ਪਾਰਟਿਕੂਲਰ ਸਪੈਸ਼ਲ ਕੇਸ ਨਹੀਂ ਹੈ, ਕੋਈ ਉਸੇ ਕੜੀ ਦਾ ਇੱਕ ਹਿੱਸਾ ਵਾ ਜਿਸ ਦੇ ਵਿੱਚ ਲੋਕਾਂ ਨੂੰ ਫੈਸਿਲਿਟਾਈਜ਼ ਕਰਾਉਣ ਵਾਸਤੇ ਇਹ ਰਿਪੋਰਟ ਜਿਹੜੀ ਆਈ ਆ ਵੀ ਇਹੋ ਜਿਹੇ ਆਸਾਰ ਬਣਦੇ ਨਜ਼ਰ ਆ ਰਹੇ ਨੇ ਵੀ ਸਰਕਾਰ ਉਹਦੇ ਤੇ ਐਕਸਰਸਾਈਜ਼ ਕਰ ਰਹੀ ਆ ਕਿ ਜਿਸ ਚ ਪੈਟਰੋਲ ਨੂੰ ਸਸਤਾ ਕੀਤਾ ਜਾਵੇ ਔਰ ਜਿਹੜਾ ਅਨਾਜ ਆ ਉਹਨੂੰ ਸਸਤਾ ਕੀਤਾ ਜਾਵੇ ਤੇ ਖਣਿਜ ਪਦਾਰਥਾਂ ਨੂੰ ਸਸਤਾ ਕੀਤਾ ਜਾਵੇ। ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਸਹੂਲਤ ਮਿਲ ਸਕਦੀ ਆ, ਉਹਦੇ ਤੇ ਸਰਕਾਰ ਇੱਕ ਰੂਟੀਨ ਵਰਕ ਦੇ ਤੌਰ ਤੇ ਕੰਮ ਕਰ ਰਹੀ ਆ। ਜਿਵੇਂ ਟਮਾਟਰ ਦਾ, ਪਿਆਜ਼ ਦਾ ਮਹਿੰਗਾ ਹੋਣਾ, ਇਹ ਚੀਜ਼ਾਂ ਜਿਵੇਂ ਹੁਣ ਕੁਦਰਤ ਦੀ ਮਾਰ ਵੱਜ ਗਈ, ਹੁਣ ਉਹਦੇ ਚ ਫਸਲ ਤਬਾਹ ਹੋ ਗਈ, ਜਿਹੜੀ ਚੀਜ਼ ਦੀ ਸ਼ਾਰਟੇਜ ਹੋ ਜਾਂਦੀ ਹੈ ਉਹਦੀ ਮਹਿੰਗਾਈ ਹੋ ਜਾਂਦੀ ਹੈ। ਇਹ ਇੱਕ ਪ੍ਰੋਸੀਜਰ ਹੈ, ਉਸ ਦੇ ਉੱਤੇ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਰਹਿ ਜਾਂਦਾ। ਉਹ ਆਟੋਮੈਟਿਕਲੀ ਜਿਹੜੀ ਚੀਜ਼ ਘਟ ਜਾਂਦੀ ਹੈ ਜਾਂ ਘੱਟ ਗਿਣਤੀ 'ਚ ਬਣਦੀ ਆ ਉਹਦੀ ਜਿਹੜੀ ਲਾਗਤ ਆ ਉਹ ਵੱਧ ਹੋ ਜਾਂਦੀ ਹੈ ਜਾਂ ਜ਼ਰੂਰਤ ਵੱਧਦੀ ਆ ਤੇ ਉਹ ਮਹਿੰਗੀ ਵਿਕਣੀ ਸ਼ੁਰੂ ਹੋ ਜਾਂਦੀ ਆ। ਇਹ ਉਸ ਚੀਜ਼ ਦਾ ਪ੍ਰੋਸੀਜਰ ਦਾ ਇੱਕ ਹਿੱਸਾ ਆ। ਹਾਂ, ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਭਾਰਤ ਸਰਕਾਰ ਉਪਰਾਲੇ ਕਰ ਵੀ ਰਹੀ ਆ ਔਰ ਗਾਂ ਕਰਦੀ ਵੀ ਰਹੇਗੀ, ਔਰ ਇਹ ਇੱਕ ਰੂਟੀਨ ਪ੍ਰੋਸੈਸ ਹੈ। ਔਰ ਇਹਦੇ ਨਾਲ ਦੇਸ਼ ਵਾਸੀਆਂ ਨੂੰ ਕਿੱਦਾਂ ਫੈਸਿਲਿਟਾਈਜ਼ ਕਰਨਾ ਵਾ, ਮੋਦੀ ਸਰਕਾਰ ਹਮੇਸ਼ਾ ਇਹਦੇ ਤੇ ਹੀ ਕੰਮ ਕਰਦੀ ਹੈ ਜੀ। ਮਹਿੰਦਰੋ ਜੀ, ਪੰਜਾਬ ਤੋਂ ਵੀ ਇੱਕ ਏਦਾਂ ਦੀ ਹੀ ਖਬਰ ਆ। ਭਗਵੰਤ ਮਾਨ ਸਰਕਾਰ ਨੇ ਕਹਿੰਦੇ ਇੱਕ ਸਮਝੌਤਾ ਕੀਤਾ ਆ SJVN, ਸਤਲੁਜ ਜਲ ਵਿਦਯੁਤ ਨਿਗਮ ਦੇ ਨਾਲ, ਜੋ ਭਵਿੱਖ ਵਿੱਚ ਕਹਿੰਦੇ ਆਉਂਦੇ ਲੰਬੇ ਅਰਸੇ ਤੱਕ ਜਿਹੜੀ 1200 ਮੈਗਾਵਾਟ ਬਿਜਲੀ ਦੀ ਖਰੀਦ ਦਾ ਸਮਝੌਤਾ ਕੀਤਾ ਆ। ₹2.53 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਜਿਹੜੀ ਆ ਸਰਕਾਰ ਉਹਦੇ ਕੋਲ ਬਿਜਲੀ ਖਰੀਦੇਗੀ। ਤੇ ਕਹਿੰਦੇ ਇਹਦੇ ਨਾਲ ਰੇਟ ਵਧਣਗੇ ਨਹੀਂ ਬਿਜਲੀ ਦੇ, ਤੇ 431 ਕਰੋੜ ਰੁਪਏ ਦੀ ਕਹਿੰਦੇ ਬਚਤ ਹੋਊਗੀ ਸਰਕਾਰ ਦੀ। ਤੇ ਇਹਦੇ ਨਾਲ ਇਹ ਤੁਹਾਨੂੰ ਖਬਰ ਦੱਸ ਦਿਆਂ ਕਿ ਭਵਿੱਖ ਵਿੱਚ ਬਿਜਲੀ ਦੀ ਡਿਮਾਂਡ ਪੂਰੀ ਕਰਨ ਵਾਸਤੇ ਅਤੇ ਸਵੱਛ ਊਰਜਾ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਜਿਹੜਾ ਸਮਝੌਤਾ ਕੀਤਾ ਗਿਆ ਆ। ਤੇ SJVN ਦੀ ਜਿਹੜੀ ਕੰਪਨੀ ਹੈ ਉਹਨੇ ਰਾਜਸਥਾਨ ਦੇ ਬੀਕਾਨੇਰ ਤੇ ਗੁਜਰਾਤ ਦੇ ਭੁੱਜ ਵਿੱਚ ਉੱਥੋਂ 1000 ਮੈਗਾਵਾਟ ਬਿਜਲੀ ₹2.53 ਯੂਨਿਟ ਦੇ ਹਿਸਾਬ ਨਾਲ ਦੇਣੀ ਹੈ। ਤੇ ਹੁਸ਼ਿਆਰਪੁਰ ਵਿੱਚ ਵੀ 200 ਮੈਗਾਵਾਟ ਦਾ ਜਿਹੜਾ ਪਲਾਂਟ ਲਾਤਾ ਆ, ਉੱਥੇ ਵੀ ₹2.75 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਜਿਹੜੀ ਹੈ ਉਹ ਬਿਜਲੀ ਦੇਣ ਦੀ ਸਹਿਮਤੀ ਜਿਹੜੀ ਬਣੀ ਆ। ਕਿਵੇਂ ਦੇਖਦੇ ਹੋ ਇਸ ਸਰਕਾਰ ਨੂੰ? ਸਰਕਾਰ ਕਹਿੰਦੀ ਹੈ ਕਿ 25 ਸਾਲਾਂ ਤੱਕ ਬਿਨਾਂ ਰੇਟ ਵਧਾਏ ਜਿਹੜੀ ਬਿਜਲੀ ਦੀ ਖਰੀਦ ਜਿਹੜੀ ਆ ਉਹ ਕੀਤੀ ਜਾਊਗੀ ਤੇ 431 ਕਰੋੜ ਰੁਪਏ ਦੀ ਸਰਕਾਰ ਨੂੰ ਬਚਤ ਹੋ ਜਾਊਗੀ। ਕਿਵੇਂ ਦੇਖਦੇ ਇਸ ਫੈਸਲੇ ਨੂੰ? ਦੇਖੋ ਸੰਧੂ ਸਾਹਿਬ, ਪੰਜਾਬ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਮਹਿੰਗਾਈ ਨੂੰ ਆਪਣੇ ਲੈਵਲ ਤੇ ਵੀ ਜੋ ਕੰਟਰੋਲ ਕਰ ਸਕਾਂਗੇ ਉਹ ਕਰਾਂਗੇ। ਲੋਕਾਂ ਨੂੰ ਘਰੇਲੂ ਬਿਜਲੀ ਜਿਹੜੀ ਆ ਉਹ 300 ਯੂਨਿਟ ਤੱਕ ਤਾਂ ਫ੍ਰੀ ਦੇ ਹੀ ਰਹੇ ਆ ਪਰ ਮੰਥ, ਪਰ ਅਗਰ ਨਾਲ ਇਹ ਕਮਰਸ਼ੀਅਲ ਜਿਹੜੀ ਬਿਜਲੀ ਹੈ ਉਸਦੇ ਵੀ ਰੇਟ ਕੁਝ ਕੰਟਰੋਲ ਕਰ ਲੈਣ, ਕਿਉਂਕਿ ਪਿੱਛੇ ਇਹ ਕੁਝ ਰੇਟ ਜਿਹੜੇ ਆ ਕਮਰਸ਼ੀਅਲ ਦੇ ਵਿੱਚ ਵਾਧਾ ਕੀਤਾ ਗਿਆ ਔਰ ਘਰੇਲੂ ਬਿਜਲੀ ਦਾ ਜਿਹੜਾ ਯੂਨਿਟ ਹੈ ਉਹ 300 ਯੂਨਿਟ ਤੱਕ ਪਰ ਮੰਥ ਜਿਹੜਾ ਫ੍ਰੀ ਦਿੱਤਾ ਗਿਆ। ਲੇਕਿਨ ਅਗਰ ਕੰਟਰੋਲ ਹੋ ਜਾਵੇ ਕਮਰਸ਼ੀਅਲ ਬਿਜਲੀ ਦੇ ਰੇਟ ਵੀ, ਤਾਂ ਦੁਕਾਨਦਾਰਾਂ ਨੂੰ ਵੀ, ਕਿਉਂਕਿ ਦੁਕਾਨਦਾਰ ਵੀ ਤਾਂ ਉਹੀ ਪਰਿਵਾਰਾਂ ਦੇ ਵਿੱਚੋਂ ਹੀ ਲੋਕ ਹੈ ਜਿਹੜੇ ਲੋਕ ਕੰਮ ਕਰਦੇ ਨੇ,
ਫੈਕਟਰੀਆਂ ਵੀ ਉਹੀ ਚਲਾਉਂਦੇ ਨੇ। ਸੋ ਅਗਰ ਕਮਰਸ਼ੀਅਲ ਜਿਹੜੇ ਛੋਟੇ ਯੂਨਿਟ ਹੈ ਉਹਨਾਂ ਨੂੰ ਬਿਜਲੀ ਦਾ ਰੇਟ ਸਸਤਾ ਹੋ ਜਾਵੇ ਤਾਂ ਉਹਦਾ ਦੁਕਾਨਦਾਰਾਂ ਨੂੰ ਵੀ ਤੇ ਆਮ ਜਨਤਾ ਨੂੰ ਵੀ ਬਹੁਤ ਲਾਭ ਮਿਲੇਗਾ। ਔਰ ਜਿਹੜੇ ਇਹ ਸਮਝੌਤੇ 2 ਰੁਪਏ 53 ਪੈਸੇ ਯੂਨਿਟ ਦੇ ਹਿਸਾਬ ਨਾਲ ਕੀਤੇ ਗਏ ਨੇ, ਤੁਸੀਂ ਇਹ ਦੇਖੋ ਜਦੋਂ ਅਕਾਲੀ ਪਾਰਟੀ ਦੀ ਸਰਕਾਰ ਸੀ ਤਾਂ 9 ਰੁਪਏ ਪਰ ਯੂਨਿਟ ਤੱਕ ਜਿਹੜਾ ਹੈ ਇਹ ਰੇਟ ਖਰੀਦਿਆ ਗਿਆ ਸੀ। ਸੋ ਜ਼ਾਹਿਰ ਹੈ ਅਗਰ ਇੰਨੇ ਘੱਟ ਰੇਟ ਦੇ ਉੱਤੇ ਬਿਜਲੀ ਪੈਦਾ ਕੀਤੀ ਜਾਏਗੀ ਜਾਂ ਖਰੀਦੀ ਜਾਏਗੀ ਤਾਂ ਉਸ ਦਾ ਸਰਕਾਰ ਨੂੰ ਬਚਤ ਹੋਣਾ ਸੁਭਾਵਿਕ ਹੈ। ਔਰ ਅਗਰ ਸੁਭਾਵਿਕ ਬਚਤ ਜਿਹੜੀ ਹੈ ਉਹ ਜੋ ਆંકੜਿਆਂ ਦੇ ਵਿੱਚ ਦੱਸਿਆ ਜਾ ਰਿਹਾ, ਅਗਰ ਉਸ ਪ੍ਰਕਾਰ ਦੀ ਬਚਤ ਕਰ ਲਈ ਜਾਵੇ ਤਾਂ ਮੈਂ ਸਮਝਦਾ ਕਿ ਉਹ ਪੈਸਾ ਸਰਕਾਰ ਦੇ ਕੋਲ ਵੀ ਬਹੁਤ ਵੱਡੇ ਲੈਵਲ ਤੇ ਬਚੇਗਾ ਔਰ ਉਹੀ ਪੈਸਾ ਜਨਤਾ ਦੇ ਲਈ ਵੀ ਬਹੁਤ ਵਧੀਆ ਲਾਭਦਾਇਕ ਜਿਹੜਾ ਆ ਉਹ ਹੋਏਗਾ। ਤੇ ਮੈਂ ਸਮਝਦਾ ਕਿ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਸਮੁੱਚੀ ਟੀਮ ਦਾ ਇਹ ਵਧੀਆ ਕਦਮ ਹੈ। ਇਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਨੇ। ਤੇ ਅਗਰ ਕੇਂਦਰ ਸਰਕਾਰ ਕੱਲ ਨੂੰ ਕਿਸੇ ਰੇਟਾਂ ਦੇ ਵਿੱਚ ਘੱਟ ਕਰੇ ਕੀਮਤ ਦੇ ਵਿੱਚ, ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੇ ਟੈਕਸਿਸ ਦੇ ਵਿੱਚ ਪੈਟਰੋਲ, ਡੀਜ਼ਲ, ਹੋਰ ਖਾद्य ਪਦਾਰਥ ਜਿਹੜੇ ਲੋਕਾਂ ਦੇ ਜ਼ਰੂਰੀ ਚੀਜ਼ਾਂ ਹੈ ਉਹਨਾਂ ਦੇ ਉੱਤੇ ਘੱਟ ਕੀਤੇ ਜਾਣ ਤਾਂ ਕਿ ਮਹਿੰਗਾਈ ਘਟੇ, ਲੋਕਾਂ ਨੂੰ ਸ਼ਾਂਤੀ ਮਿਲੇ ਔਰ ਖੁਸ਼ੀ ਮਿਲੇ ਕੇਂਦਰ ਸਰਕਾਰ ਤੋਂ ਵੀ ਔਰ ਪੰਜਾਬ ਸਰਕਾਰ ਤੋਂ ਵੀ। ਤੇ ਤਾਂ ਹੀ ਫਿਰ ਲੋਕ ਜਿਹੜੇ ਆ ਖੁਸ਼ਹਾਲ ਪੰਜਾਬ ਆਪਣੇ ਆਪ ਨੂੰ ਮੰਨਣਗੇ। ਬਿਲਕੁਲ ਜੀ, ਬਿਲਕੁਲ। ਅੱਜ ਦੇ ਪ੍ਰੋਗਰਾਮ ਦਾ ਸਾਰ ਇਹੀ ਨਿਕਲਿਆ ਕਿ ਜਿੱਥੇ ਕਨਵਰਸ਼ਨ ਵਰਗੀਆਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਵਾਰਦਾਤਾਂ ਨੇ, ਕਰਤੂਤਾਂ ਨੇ, ਜਿਹੜੀ ਮੁਹਿੰਮ ਚੱਲ ਰਹੀ ਹੈ, ਜਿੱਥੇ ਉਹਨੂੰ ਠੱਲ ਪਾਉਣ ਵਾਸਤੇ ਸਮਾਜ ਨੂੰ ਤੇ ਸਰਕਾਰਾਂ ਨੂੰ ਇਕੱਠੇ ਹੋ ਕੇ ਯੋਜਨਾ ਬਣਾਉਣ ਦੀ ਜ਼ਰੂਰਤ ਹੈ, ਜਿੱਥੇ ਇਹਦਾ ਠੋਸ ਹੱਲ ਲੱਭਣ ਦੀ ਜ਼ਰੂਰਤ ਆ, ਜਿੱਥੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਜਿਹੜੇ ਅਨਸਰ ਨੇ ਇਹਨਾਂ ਨੂੰ ਕਾਬੂ ਪਾਉਣ ਦੀ ਜ਼ਰੂਰਤ ਆ, ਉੱਥੇ ਜਿਹੜੀਆਂ ਸਰਕਾਰਾਂ ਨੇ, ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਹੋਵੇ, ਜਿੰਨੇ ਵੀ ਲੋਕ ਹਿੱਤੂ ਫੈਸਲੇ ਲੈਂਦੀਆਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਲਗਾਤਾਰ ਜਿਹੜੇ ਅੱਗੇ ਵਧਾਉਂਦੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਆਮ ਵਿਅਕਤੀ ਆ ਉਹ ਸੁੱਖ ਦਾ ਸਾਹ ਲੈ ਸਕੇ। ਇਸੇ ਕਾਮਨਾ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰ ਰਹੇ ਹਾਂ। ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।